ਧੰਨ ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨੋ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸਨ। ਰੰਗ ਸਭੇ ਨਾਰਾਇਣ, ਜੀਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧਨ। ਆਪਨ ਲੀਆ ਜੇ ਮਿਲੈ, ਵਿਛੜ ਕਿਉ ਰਵਾਨੋ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਾਨੋ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਾਨੋ। ਜੁਗ ਜੁਗੇ ਅਟਲ ਚਬਰ ਤਖਤ ਦੇ ਮਾਲਕ, ਅੰਮ੍ਰਿਤ ਕੇ ਦਾਤੇ, ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਸਤਿਗੁਰੂ ਦੀ ਪਵਿੱਤਰ ਪਾਵਨ ਗੋਦ ਵਿੱਚ ਜੁੜ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਗੁਰਦੇਵ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਸੰਗਤ ਨੇ ਬੱਚਿਆਂ ਦੇ ਪਾਸੋਂ ਸਤਿਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਉਪਰੰਤ ਅਸੀਂ ਸਤਿਗੁਰੂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਤਿਗੁਰੂ ਦੀ ਇਲਾਹੀ ਬਾਣੀ ਦੇ ਨਾਲ, ਸਤਿਗੁਰੂ ਦੀਆਂ ਵਿਚਾਰਾਂ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਹਾਂ। ਆਓ ਜਿੰਨੇ ਸਰੀਰ ਸਤਿਗੁਰੂ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਹਾਂ, ਕੁਝ ਕਹਿਣ ਤੋਂ ਪਹਿਲਾਂ ਹਜ਼ੂਰ ਸਤਿਗੁਰੂ ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਕਰੀਏ ਜੀ। ਇੱਕੋ ਵਾਰੀ ਕਹਿਣ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਝੁਕਾਓ ਸੀਸ। ਦਾਸਰੇ ਨੂੰ ਅਸੀਸ ਬਖਸ਼ਿਸ਼ ਕਰਦਿਆਂ ਹੋਇਆਂ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਤਰ੍ਹਾਂ ਦੇਸੀ ਕੈਲੰਡਰ ਦੇ ਅਨੁਸਾਰ, ਦੇਸੀ ਮਹੀਨਿਆਂ ਦੇ ਕੈਲੰਡਰ ਦੇ ਅਨੁਸਾਰ ਅੱਜ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ, ਪਰ ਸਤਿਗੁਰ ਨੇ 12ਵਾਂ ਬਾਣੀ ਜੋ ਕਿ ਸਾਡੇ ਜੀਵਨ ਨੂੰ ਸੁਚੱਜੀ ਸਿੱਧ ਦੇਣ ਬਖਸ਼ਿਸ਼ ਕਰਨ ਵਾਸਤੇ, ਸੁਚੱਜੀ ਸਿੱਧ ਦੇਣ ਵਾਸਤੇ ਜੋ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਬਾਣੀ ਦੇ ਰਾਹੀਂ,
ਅਸੀਂ ਉਸ ਬਾਣੀ ਨੂੰ 12ਵਾਂ ਬਾਣੀ ਦੇ 4 ਨੰਬਰ ਪਦੇ ਨੂੰ ਆਧਾਰ ਬਣਾ ਕੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ ਅੱਗੇ ਤੋਰਨ ਦਾ ਯਤਨ ਕਰਨਾ ਹੈ। ਹਰ ਵਾਰ ਮੈਂ ਗੱਲ ਸਾਂਝੀ ਜ਼ਰੂਰ ਕਰਦਾ ਹਾਂ, ਸਤਿਗੁਰੂ ਦੀ ਬਾਣੀ ਅੰਦਰ 2 12ਵਾਂ ਨੇ। ਇੱਕ 12ਵਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੈ, ਜੋ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। 1107 ਪੰਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇੱਕ ਇਹ 12ਵਾਂ ਜੋ ਰਾਗ ਮਾਝ ਵਿੱਚ ਉਚਾਰਨ ਕੀਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਜਿਸ ਦਾ ਕਿ ਤਕਰੀਬਨ ਹਰ ਗੁਰਦੁਆਰੇ ਵਿੱਚ ਅੱਜ ਪਾਠ ਕੀਤਾ ਗਿਆ ਹੋਣਾ ਹੈ, ਜਾਂ ਪਾਠ ਕੀਤਾ ਜਾ ਰਿਹਾ ਹੋਣਾ ਹੈ, ਜਾਂ ਕੀਤਾ ਜਾਵੇਗਾ। ਔਰ ਇਸ ਬਾਣੀ ਦੇ ਰਾਹੀਂ ਸਤਿਗੁਰੂ ਨੇ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਅਸੀਂ ਉਸ ਨੂੰ ਸਮਝਣ ਦਾ ਯਤਨ ਕਰਨਾ ਹੈ। ਸਤਿਗੁਰੂ ਨੇ ਸਾਨੂੰ ਥਿੱਤਾਂ, ਵਾਰਾਂ, ਮਹੀਨਿਆਂ, ਦਿਨਾਂ ਦੇ ਭਰਮਾਂ ਤੋਂ ਬਾਹਰ ਕੱਢ ਕੇ ਸਤਿਗੁਰੂ ਨੇ ਸਾਨੂੰ ਇੱਕ ਨਿਰੰਕਾਰ ਨਾਲ ਜੋੜਨ ਦਾ ਯਤਨ ਕੀਤਾ ਹੈ। ਪਰ ਜਿਵੇਂ ਕਿ 12 ਮਹੀਨੇ ਨੇ, ਇਸ ਤਰ੍ਹਾਂ ਹੀ ਸਤਿਗੁਰੂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਹੈ ਰੁੱਤੀ ਸ਼ਲੋਕ। ਹੁਣ ਰੁੱਤੀ ਸ਼ਲੋਕਾਂ ਦੇ ਅੰਦਰ ਵੀ ਭਾਵ ਜਿਹੜੇ ਜਿਵੇਂ ਕਿ 6 ਰੁੱਤਾਂ ਨੇ, ਉਸ ਰੁੱਤੀ ਸ਼ਲੋਕਾਂ ਦੇ ਅੰਦਰ ਸਤਿਗੁਰੂ ਨੇ ਉਹਨਾਂ 6 ਰੁੱਤਾਂ ਦਾ ਜ਼ਿਕਰ ਸਾਂਝਾ ਕੀਤਾ, ਸਿਸੀਅਰ ਦਾ, ਇਸੇ ਤਰ੍ਹਾਂ ਗ੍ਰੀਖਮ ਦਾ, ਬਸੰਤ ਰੁੱਤ ਦਾ, ਇਸ ਤਰ੍ਹਾਂ ਕਿ ਜਿਹੜੀਆਂ 6 ਰੁੱਤਾਂ ਆਉਂਦੀਆਂ ਨੇ, ਉਹਨਾਂ 6 ਰੁੱਤਾਂ ਦਾ ਜ਼ਿਕਰ ਸਾਂਝਿਆ ਕਰਦਿਆਂ, ਕਿਉਂਕਿ 2 ਮਹੀਨੇ ਦੀ ਇੱਕ ਰੁੱਤ ਹੁੰਦੀ ਹੈ ਤੇ 6 ਦੂਣੀ 12, 12 ਮਹੀਨੇ ਨੇ, 2 ਮਹੀਨਿਆਂ ਦੀ ਇੱਕ ਰੁੱਤ ਹੋਈ ਤੇ 6 ਰੁੱਤਾਂ ਤੇ 12 ਮਹੀਨੇ ਦਾ ਇਹ ਸਮੁੱਚਾ ਪਸਾਰਾ ਬਣਦਾ ਹੈ। ਜਿਵੇਂ ਸਤਿਗੁਰੂ ਨੇ ਬਾਣੀ ਅੰਦਰ ਇਹ ਬਚਨ ਆਖੇ ਨੇ ਵੀ ਸੂਰਜ ਤਾਂ ਇੱਕ ਹੈ, ਪਰ ਉਹਦੇ ਅਨੁਸਾਰ ਸੂਰਜ ਇੱਕੋ, ਰੁੱਤ ਅਨੇਕ। ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਤੇ ਜਿਵੇਂ ਜਿਵੇਂ ਧਰਤੀ ਸੂਰਜ ਦੇ ਨੇੜੇ ਆਉਂਦੀ ਹੈ, ਸੂਰਜ ਹੁਣ ਗਰਮਾਇਸ਼ ਹੈ, ਗਰਮਾਇਸ਼ ਦਾ ਕੇਂਦਰ ਹੈ, ਗਰਮ ਹੈ, ਅੱਗ ਦਾ ਗੋਲਾ ਹੈ, ਤੇ ਉਹ ਜਿਵੇਂ ਜਿਵੇਂ ਧਰਤੀ ਸੂਰਜ ਦੇ ਨੇੜੇ ਆਉਂਦੀ ਤੇ ਸੂਰਜ ਦੀ ਗਰਮੀ ਜਿਹੜੀ ਧਰਤੀ ਤੇ ਪੈਂਦੀ ਹੈ। ਪਰ ਇਹ ਜਿਹੜੇ ਮਹੀਨੇ ਨੇ, ਜਿਸ ਨੂੰ ਰੁੱਤੀ ਸ਼ਲੋਕਾਂ ਦੇ ਅੰਦਰ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਬਚਨ ਸਾਂਝੇ ਕੀਤੇ ਨੇ ਕਿ ਧਰਤੀ ਸੂਰਜ ਦੇ ਨੇੜੇ ਹੈ ਇਹਨਾਂ ਮਹੀਨਿਆਂ ਦੇ ਵਿੱਚ, ਔਰ ਇਹਨਾਂ ਮਹੀਨਿਆਂ ਦੇ ਵਿੱਚ ਫਿਰ ਗਰਮੀ ਅੱਤ ਦੀ ਪੈਂਦੀ ਹੈ, ਅੱਤ ਦੀ ਗਰਮੀ ਦਾ ਮੌਸਮ ਹੁੰਦਾ ਹੈ। ਪਰ ਸਤਿਗੁਰੂ ਨੇ ਰੁੱਤੀ ਸ਼ਲੋਕਾਂ ਅੰਦਰ ਵੀ ਇਹ ਬਚਨ ਸਾਂਝੇ ਕੀਤੇ ਆ ਕਿ ਗ੍ਰੀਖਮ ਰੁੱਤ ਅੱਤ ਗਾਖੜੀ, ਜੇਠ ਅਖਾੜਾ ਕਾਮ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਹਿਬ ਜੀ ਕਹਿਣ ਲੱਗੇ ਕਿ ਗ੍ਰੀਖਮ ਭਾਵ ਗਰਮੀ, ਅੱਤ ਗਾਖੜੀ ਬੜੀ ਔਖੀ ਹੈ। ਇੱਥੇ ਪਰਿੰਦਿਆਂ ਵਾਸਤੇ ਵੀ, ਪੰਛੀਆਂ ਵਾਸਤੇ ਵੀ, ਤੇ ਆਮ ਸੰਸਾਰੀ ਜੀਵਾਂ ਵਾਸਤੇ ਤਾਂ ਅਸੀਂ ਦੇਖਦੇ ਹਾਂ ਵੀ ਇਹ ਗਰਮੀ ਦੀ ਰੁੱਤ ਤੇ ਕਿਸ ਤਰ੍ਹਾਂ ਗਰਮ ਲੂਆਂ ਚੱਲਦੀਆਂ ਨੇ, ਗਰਮੀ ਦਾ ਵਾਤਾਵਰਨ ਹੈ ਵੀ ਹਰ ਬੰਦਾ ਠੰਡਕ ਭਾਲਦਾ ਹੈ, ਛਾਂ ਭਾਲਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਗ੍ਰੀਖਮ ਰੁੱਤ ਅੱਤ ਗਾਖੜੀ, ਅੱਤ ਦੀ ਔਖੀ ਹੈ, ਜੇਠ ਅਖਾੜਾ, ਜੇਠ ਦਾ ਮਹੀਨਾ, ਹਾਲਾਂਕਿ ਗਰਮੀ ਦੀ ਆਰੰਭਤਾ ਹੁੰਦੀ ਜੇਠ ਤੋਂ, ਭਾਵੇਂ ਕਿ ਕੁਝ ਘੱਟ ਹੁੰਦੀ ਹੈ, ਪਰ ਸਤਿਗੁਰੂ ਜੀ ਕਹਿਣ ਲੱਗੇ ਇੱਥੋਂ ਗਰਮੀ ਦੀ ਸ਼ੁਰੂਆਤ ਹੈ। ਜੇਠ ਅਖਾੜਾ ਕਾਮ ਜੀ, ਜੇਠ ਅਖਾੜਾ ਦਾ ਭਾਵ ਹਾੜ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨੂੰ ਅਸਾੜ ਵੀ ਬਾਣੀ ਨੇ ਵਰਤਿਆ ਹੈ, ਪਰ ਇੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅਖਾੜਾ ਸ਼ਬਦ ਨਾਲ ਸੰਬੋਧਿਤ ਕੀਤਾ ਹੈ। ਜੇਠ ਅਖਾੜਾ ਕਾਮ ਜੀ, ਕਾਮ ਦਾ ਭਾਵ ਕਿ ਗਰਮੀ ਤਪਸ਼ ਪੈਂਦੀ ਹੈ। ਪਰ ਸਤਿਗੁਰੂ ਨੇ ਬਚਨ ਸਾਂਝੇ ਕੀਤੇ, ਕਹਿਣ ਲੱਗੇ ਪਰ ਜਿਹੜੀ ਜੀਵ ਇਸਤਰੀ ਉਸ ਮਾਲਕ ਅਕਾਲ ਪੁਰਖ ਤੋਂ ਵਿਛੜ ਜਾਏ, ਜਿਵੇਂ ਬਾਹਰ ਦੀ ਗਰਮੀ ਬੰਦੇ ਨੂੰ ਤੰਗ ਕਰਦੀ ਹੈ, ਪਰੇਸ਼ਾਨ ਕਰਦੀ ਹੈ, ਬਾਹਰ ਵਾਸਤੇ ਬੰਦੇ ਨੇ ਸਾਧਨ ਬਹੁਤ ਲੱਭੇ ਨੇ ਉਸ ਗਰਮਾਇਸ਼ ਨੂੰ, ਉਸ ਤਪਸ਼ ਨੂੰ ਦੂਰ ਕਰਨ ਵਾਸਤੇ। ਪਰ ਸਤਿਗੁਰੂ ਜੀ ਕਹਿਣ ਲੱਗੇ ਜਿਹੜੀ ਜੀਵ ਇਸਤਰੀ ਮਾਲਕ ਅਕਾਲ ਪੁਰਖ ਤੋਂ ਦੁਹਾਗਣ ਜੀਵ ਇਸਤਰੀ ਟੁੱਟੀ ਹੈ, ਪ੍ਰੇਮ ਵਿਸ਼ੋ ਦੁਹਾਗਣੀ, ਦ੍ਰਿਸ਼ਟ ਨਾ ਕਰੀ ਰਾਮ ਜੀਓ। ਸਤਿਗੁਰੂ ਜੀ ਕਹਿਣ ਲੱਗੇ ਜਿਸ ਦੇ ਜੀਵਨ ਵਿੱਚ ਪ੍ਰੇਮ ਦੀ ਅਣਹੋਦ ਹੈ। ਜਿਵੇਂ ਪਿੱਛੇ ਸਤਿਗੁਰੂ ਨੇ ਸਾਂਝਾ ਕੀਤਾ ਸੀ ਨਾ ਵਿਸਾਖ ਨੂੰ, ਵੈਸਾਖ ਧੀਰਨ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ, ਵੀ ਜਿਨ੍ਹਾਂ ਦੇ ਜੀਵਨ 'ਚ ਪ੍ਰੇਮ ਦੀ ਅਣਹੋਦ ਹੈ, ਪ੍ਰੇਮ ਹੈ ਨਹੀਂ ਜਿਨ੍ਹਾਂ ਜੀਵ ਇਸਤਰੀਆਂ ਦੇ ਵਿੱਚ,
ਜਿਨ੍ਹਾਂ ਦਾ ਮਾਲਕ ਅਕਾਲ ਪੁਰਖ ਦੇ ਨਾਲ, ਸੱਚ ਦੇ ਨਾਲ ਪ੍ਰੇਮ ਨਹੀਂ ਰਹਿ ਜਾਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਉਹ ਜੀਵ ਇਸਤਰੀਆਂ ਤੰਗ ਪਰੇਸ਼ਾਨ ਹੁੰਦੀਆਂ ਨੇ, ਇਹ ਜੀਵਨ ਦੇ ਅੰਦਰ ਉਹ ਨੇਤੀ ਦੁਖੀ ਹੁੰਦੀਆਂ ਨੇ, ਉਹਨਾਂ ਦਾ ਜੀਵਨ ਬੜਾ ਦੁਰਬਲਤਾ ਵਾਲਾ ਹੈ। ਪਰ ਸਾਹਿਬ ਨੇ ਬਚਨ ਸਾਂਝੇ ਕੀਤੇ। ਸਾਹਿਬ ਕਹਿਣ ਲੱਗੇ ਪ੍ਰੇਮ ਵਿਸ਼ੋ ਦੁਹਾਗਣੀ, ਦੁਹਾਗਣੀ ਦਾ ਭਾਵ ਜਿਹੜੀਆਂ ਜੀਵ ਇਸਤਰੀਆਂ ਰੱਬ ਜੀ ਤੋਂ, ਸੱਚ ਤੋਂ ਟੁੱਟੀਆਂ ਹੋਈਆਂ ਨੇ। ਇੱਕ ਸੁਹਾਗਣ ਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਸਾਂਝਾ ਕੀਤਾ। ਜਿਹੜੀ ਜੀਵ ਇਸਤਰੀ, ਜਿਹੜਾ ਜੀਵ ਰੱਬ ਜੀ ਨਾਲ ਜੁੜਿਆ, ਸੱਚ ਨਾਲ ਜੁੜਿਆ, ਜੀਵਨ ਦੇ ਅੰਦਰ ਸੱਚਾਈ ਦਾ ਪਾਸਾ ਹੈ ਜਿਸ ਦਾ, ਸਾਹਿਬ ਜੀ ਕਹਿਣ ਲੱਗੇ ਉਹ ਸੁਹਾਗਣ ਹੈ। ਉਹ ਜੀਵ ਇਸਤਰੀ ਸੁਹਾਗਣ ਹੈ। ਤੇ ਜਿਹੜੇ ਜੀਵ ਸੱਚ ਰੱਬ ਜੀ ਨਾਲ, ਨਿਰੰਕਾਰ ਦੀ ਵਿਚਾਰਧਾਰਾ ਨਾਲ ਟੁੱਟ ਜਾਂਦੇ ਨੇ, ਸਤਿਗੁਰ ਨੇ ਉਹਨਾਂ ਦੀ ਤੁਲਨਾ ਦੁਹਾਗਣੀ ਦੇ ਨਾਲ ਕੀਤੀ ਹੈ। ਉਹ ਦੁਹਾਗਣ ਨੇ। ਉਹਨੂੰ ਬਾਣੀ ਵਿੱਚ ਕਿਤੇ ਰੰਡੀ ਵੀ ਆਖ ਦਿੱਤਾ ਗਿਆ ਵੀ ਜਿਸ ਦੇ ਜੀਵਨ ਵਿੱਚ ਰੱਬ ਸੱਚ ਅਕਾਲ ਪੁਰਖ ਦੀ ਵਿਚਾਰਧਾਰਾ ਨਹੀਂ ਹੈ। ਪਰ ਸਤਿਗੁਰ ਨੇ ਆਖਿਆ ਪ੍ਰੇਮ ਵਿਸ਼ੋ ਦੁਹਾਗਣੀ, ਦ੍ਰਿਸ਼ਟ ਨਾ ਕਰੀ ਰਾਮ ਜੀਓ, ਜਿਨ੍ਹਾਂ ਤੇ ਜੀਵਨ ਤੇ ਰੱਬ ਜੀ ਨੇ ਕਦੀ ਦ੍ਰਿਸ਼ਟੀ ਨਹੀਂ ਕੀਤੀ। ਤੇ ਦ੍ਰਿਸ਼ਟੀ ਮਾਲਕ ਕਿਵੇਂ ਕਰਦਾ ਵੀ ਜਿਹੜੀ ਦ੍ਰਿਸ਼ਟੀ ਦੇ ਪਾਤਰ ਹੀ ਕਦੀ ਬਣਦੇ ਨਹੀਂ ਹੈ, ਤੇ ਉਹਨਾਂ ਤੇ ਮਾਲਕ ਨੇ ਦ੍ਰਿਸ਼ਟੀ ਵੀ ਕਿਸ ਤਰ੍ਹਾਂ ਕਰਨੀ ਸੀ। ਜਿਹੜੇ ਬਚਨ ਜਿਵੇਂ ਸਤਿਗੁਰ ਨੇ ਆਖਿਆ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਭਾਵੈ, ਵੀ ਜਿਸ ਤੇ ਤੁਸੀਂ ਸਿਰ ਤੇ ਰਾਖੇ ਹੋ। ਹੁਣ ਗੱਲ ਤਾਂ ਇਹ ਨੇ ਵੀ ਸਿਰ ਮਾਲਕ ਅੱਗੇ ਅਰਪਣ ਵੀ ਕਰਨਾ ਪੈਣਾ ਹੈ, ਸਰੀਰ ਉਹਨੂੰ ਅਰਪਣ ਵੀ ਕਰਨਾ ਪੈਣਾ, ਆਪਣਾ ਆਪਾ ਵੀ ਸਰੈਂਡਰ ਕਰਨਾ ਪੈਣਾ ਹੈ। ਵੀ ਜੇ ਅਸੀਂ ਸਿਰ ਹੀ ਗੁਰੂ ਅੱਗੇ ਕਦੀ ਦਿੱਤਾ ਨਹੀਂ ਹੈ, ਜਿਹਨੂੰ ਆਖਿਆ ਨਾ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਜ, ਉਹ ਤਾਂ ਮਾਲਕ ਸਾਰਿਆਂ ਦੇ ਸਿਰ ਤੇ ਰਾਖਾ। ਪਰ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਉਸ ਨੂੰ ਆਪਣਾ ਰਾਖਾ ਸਮਝਦਾ ਹੈ, ਮੰਨਦਾ ਹੈ। ਜਿਸ ਤਰ੍ਹਾਂ ਆਮ ਹੁੰਦਾ ਹੈ ਨਾ ਵੀ ਅਸੀਂ ਆਮ ਦੇਖਦੇ ਹਾਂ ਸੰਸਾਰੀ ਤੌਰ ਤੇ ਵੀ ਕਈ ਵਾਰੀ ਪਿਤਾ ਦੇ ਨਾਲ ਨਾ ਬਣਦੀ ਹੋਵੇ, ਪੁੱਤਰ ਦੀ ਪਿਤਾ ਦੇ ਨਾਲ ਨਹੀਂ ਬਣਦੀ ਹੈ, ਪਰ ਜਦੋਂ ਨਾਮ ਲਿਖਾਉਂਦਾ ਨਾ ਉਦੋਂ ਪਿਤਾ ਦੇ ਲਿਖਾਉਣਾ ਪੈਂਦਾ ਹੈ। ਜਦੋਂ ਪਛਾਣ ਪੱਤਰ ਕੁਝ ਬਣਦਾ ਤੇ ਉੱਥੇ ਆਇਡੈਂਟੀ ਕਾਰਡ ਬਣਦੇ ਨੇ, ਤੇ ਉੱਥੇ ਆਪਣੇ ਫਾਦਰ ਨੇਮ ਆਪਣੇ ਪਿਤਾ ਦਾ ਹੀ ਲਿਖਾਉਣਾ ਪੈਂਦਾ, ਭਾਵੇਂ ਪਿਤਾ ਦੇ ਨਾਲ ਬਣਦੀ ਏ ਜਾਂ ਨਹੀਂ ਬਣਦੀ। ਵੀ ਕਿਤੇ ਸਾਡਾ ਵੀ ਮਾਲਕ ਨਾਲ ਨਾਤਾ, ਗੁਰੂ ਦੇ ਨਾਲ ਨਾਤਾ ਇੱਦਾਂ ਦਾ ਨਹੀਂ ਵੀ ਅਸੀਂ ਉਹਦਾ ਸਿੱਖ ਅਖਵਾਉਣੇ ਹਾਂ, ਵੀ ਅਸੀਂ ਗੁਰੂ ਦੇ ਸਿੱਖ ਹਾਂ, ਪਰ ਸਾਡਾ ਨਾਤਾ ਵੀ ਕਿਤੇ ਉੱਦਾਂ ਦਾ ਹੋਵੇ ਜਿਵੇਂ ਪਿਤਾ ਦੇ ਨਾਲ ਪੁੱਤਰ ਦੀ ਨਹੀਂ ਬਣਦੀ, ਉਹਨੂੰ ਉਹ ਪਛਾਣਦਾ ਹੀ ਨਹੀਂ, ਜਾਣਦਾ ਹੀ ਨਹੀਂ ਹੈ, ਪਰ ਨਾਂ ਫਾਦਰ ਦਾ ਪਿਤਾ ਦਾ ਲਿਖਾਉਣਾ ਹੀ ਪੈਂਦਾ ਵੀ ਸਨ ਆਫ ਕੀ ਹਾਂ ਮੈਂ, ਪਿਤਾ ਦਾ ਨਾਮ ਕੀ ਆ। ਵੀ ਇੱਦਾਂ ਅਸੀਂ ਵੀ ਕਹਿੰਦੇ ਹਾਂ ਵੀ ਅਸੀਂ ਗੁਰੂ ਦੇ ਸਿੱਖ ਹਾਂ, ਪਰ ਹੋ ਸਕਦਾ ਵੀ ਸਾਡਾ ਨਾਤਾ ਗੁਰੂ ਨਾਲ ਉੱਦਾਂ ਦਾ ਹੋਵੇ ਨਾ ਜਿੱਦਾਂ ਦਾ ਸਿੱਖ ਦਾ ਇੱਕ ਚਾਹੀਦਾ। ਜਿੱਦਾਂ ਭਾਈ ਗੁਰਦਾਸ ਲਿਖਦੇ ਵੀ ਸਿੱਖ ਦਾ ਨਾਤਾ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਪੀਰ ਤੇ ਮਰੀਦ ਦੀ ਜਿਹੜਾ ਪਿਆਰ ਹੈ ਨਾ ਵੀ ਉਹ ਕੈਸਾ ਹੋਣਾ ਚਾਹੀਦਾ ਹੈ, ਉਹ ਭਾਈ ਗੁਰਦਾਸ ਨੇ ਆਪਣੀਆਂ ਐਗਜ਼ਾਮਪਲਾਂ ਵਿੱਚ ਬੇਅੰਤ ਥਾਵਾਂ ਤੇ ਸਾਂਝਾ ਕੀਤਾ ਹੈ। ਖੈਰ ਮੈਂ ਉਧਰਲੇ ਪਾਸੇ ਨਾ ਜਾਵਾਂ। ਸਤਿਗੁਰ ਨੇ ਬਚਨ ਆਖੇ ਪ੍ਰੇਮ ਵਿਸ਼ੋ ਦੁਹਾਗਣੀ, ਦ੍ਰਿਸ਼ਟ ਨਾ ਕਰੀ ਰਾਮ ਜੀਓ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਜਿਵੇਂ ਜੇਠ ਤੇ ਹਾੜ ਦਾ ਮਹੀਨਾ ਤਪਦਾ ਹੈ ਨਾ, ਤੇ ਬਾਹਰ ਗਰਮਾਇਸ਼ ਤਪਸ਼ ਬਹੁਤ ਹੁੰਦੀ ਹੈ, ਤੇ ਇਸ ਤਪਸ਼ ਤੋਂ ਤਾਂ ਦੁਨੀਆ ਬਚ ਜਾਂਦੀ, ਪਰ ਸਤਿਗੁਰੂ ਜੀ ਕਹਿਣ ਲੱਗੇ ਇੱਕ ਜਿਹੜੇ ਜੀਵ ਰੱਬ ਤੋਂ ਸੱਚ ਤੋਂ ਟੁੱਟ ਜਾਂਦੇ ਆ, ਜਿਨ੍ਹਾਂ ਦੇ ਜੀਵਨ 'ਚ ਰੱਬ ਜੀ ਦੇ ਗੁਣ ਨਹੀਂ ਰਹਿੰਦੇ, ਸਤਿਗੁਰੂ ਜੀ ਕਹਿਣ ਲੱਗੇ ਉਹ ਵੀ ਤਪੇ ਰਹਿੰਦੇ ਨੇ ਸਦਾ ਹੀ। ਉਹ ਸਦਾ ਹੀ ਦੁਖੀ ਪਰੇਸ਼ਾਨ, ਆਪਣੇ ਔਗਣਾ ਕਰਕੇ, ਆਪਣੇ ਭੈੜੇ ਸੁਭਾਅ ਕਰਕੇ ਉਹ ਸਦਾ ਹੀ ਜੀਵਨ ਨੂੰ ਦੁਖੀ ਕਰੀ ਰੱਖਦੇ ਨੇ, ਸਦਾ ਹੀ। ਔਰ ਸਤਿਗੁਰੂ ਨੇ ਅੱਜ ਬਖਸ਼ਿਸ਼ ਕੀਤੀ ਹੈ। ਇਹ ਜਿਹੜਾ ਮਹੀਨਾ ਚੱਲਦਾ ਹੈ ਹਾੜ ਦਾ, ਤੇ ਇੱਥੋਂ ਰੁੱਤੀ ਸ਼ਲੋਕਾਂ ਦੇ ਅਨੁਸਾਰ ਵੀ ਇਹ ਗਰਮੀ ਦੀ ਰੁੱਤ ਦੇ 2 ਮਹੀਨੇ ਨੇ, ਹਾੜ, ਜੇਠ ਤੇ ਹਾੜ। ਔਰ ਸਤਿਗੁਰੂ ਨੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਬਖਸ਼ਿਸ਼ ਵੀ ਕੀਤੇ ਨੇ, ਜਿਹੜੇ ਮੈਂ ਆਪ ਸੰਗਤ ਨਾਲ ਸਾਂਝੇ ਕੀਤੇ ਨੇ। ਇਸ ਤਰ੍ਹਾਂ ਰੁੱਤੀ ਸ਼ਲੋਕਾਂ ਦੇ ਅੰਦਰ ਔਰ 12ਵਾਂ ਬਾਣੀ ਦੇ ਅੰਦਰ, ਔਰ ਇਸ ਤਰ੍ਹਾਂ ਸਤਿਗੁਰੂ ਨੇ ਦਿਨ ਰਹਿਣ ਬਾਣੀ ਵੀ ਉਚਾਰਨ ਕੀਤੀ ਹੈ, ਦਿਨ ਰਹਿਣ ਬਾਣੀ ਵੀ ਹੈ। ਵੀ ਇਹ ਸਾਰੀਆਂ ਬਾਣਾਂ ਹੁਣ 7 ਵਾਰਾਂ ਦੇ ਸਿਰਲੇਖ ਹੇਠ ਵੀ ਬਾਣੀ ਹੈ। ਥਿੱਤੀ ਵਾਰ, ਥਿੱਤਾਂ ਦੇ ਸਿਰਲੇਖ ਹੇਠ ਵੀ ਬਾਣੀ, ਥਿੱਤੀ ਗੌੜੀ ਵੀ ਆਉਂਦਾ ਹੈ, ਗੌੜੀ ਰਾਗ ਹੈ, ਤੇ ਗੌੜੀ ਰਾਗ ਦੇ ਅੰਦਰ ਥਿੱਤੀ ਬਾਣੀ ਦਾ ਨਾਮ ਹੈ। ਜਿਹੜੀਆਂ 15 ਥਿੱਤਾਂ ਨੂੰ ਸਾਹਮਣੇ ਰੱਖ ਕੇ ਉਚਾਰਨ ਕੀਤੀ, ਜਿੰਦੇ ਅਨੁਸਾਰ ਸੂਰਜੀ ਚੰਦਰਮੇ ਦੇ ਕੈਲੰਡਰ ਦੇ ਅਨੁਸਾਰ ਜਿਹੜੀ ਵਦੀ ਦੀ ਸੁਦੀ ਆਉਂਦੀ ਹੈ, ਜਿਹੜੀਆਂ ਏਕਮ ਦੂਜ ਤੀਜ ਜਿਹੜਾ ਮੱਸਿਆ ਤੇ ਪੁੰਨਿਆ ਆਉਂਦੀ ਹੈ, ਉਹ ਚੰਦਰਮੇ ਦੀਆਂ ਥਿੱਤਾਂ ਅਨੁਸਾਰ ਆਉਂਦੀ ਹੈ। ਉਹਨਾਂ ਥਿੱਤਾਂ ਨੂੰ ਸਾਹਮਣੇ ਰੱਖ ਕੇ ਵੀ ਸਤਿਗੁਰ ਨੇ ਬਾਣੀ ਉਚਾਰਨ ਕੀਤੀ ਹੈ। ਗੱਲ ਕੀ ਆ, ਸਤਿਗੁਰ ਨੇ ਸਾਡੇ ਜੀਵਨ ਨੂੰ ਸੱਚ ਦੇ ਨਾਲ ਜੋੜਨ ਵਾਸਤੇ ਕਿਤੇ ਦਿਨ ਰਹਿਣ, ਕਿਤੇ ਪਹਿਰਿਆਂ ਦੇ ਸਿਰਲੇਖ ਹੇਠ ਬਾਣੀ ਉਚਾਰੀ, ਕਿਤੇ ਦਿਨ ਰਹਿਤ, ਕਿਤੇ 7 ਵਾਰਾਂ ਦੇ ਸਿਰਲੇਖ ਹੇਠ, ਕਿਤੇ ਰੁੱਤੀ ਸ਼ਲੋਕਾਂ ਦੇ ਸਿਰਲੇਖ ਹੇਠ, ਔਰ ਕਿਤੇ ਮਹੀਨਿਆਂ ਦੇ ਸਿਰਲੇਖ ਹੇਠ ਸਤਿਗੁਰ ਨੇ ਬਾਣੀ ਉਚਾਰ ਕੇ ਸਾਡੇ ਜੀਵਨ ਨੂੰ
ਮਾਲਕ ਅਕਾਲ ਪੁਰਖ ਜੀ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਅੱਜ ਜਿਹੜੇ ਬਚਨ ਸਤਿਗੁਰੂ ਨੇ ਸਾਂਝੇ ਕੀਤੇ ਨੇ, ਅੱਜ ਜੇਠ ਦਾ ਮਹੀਨਾ ਆਰੰਭ ਹੁੰਦਾ ਹੈ। ਵੈਸੇ ਜਦੋਂ ਤੁਸੀਂ ਬਣਤਰ ਨੂੰ ਪੜ੍ਹੋਗੇ 12ਵਾਂ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੋ ਉਚਾਰਨ ਕੀਤੀ ਹੈ, ਇਸ 12ਵਾਂ ਬਾਣੀ ਦੇ ਅੰਦਰ 11 ਮਹੀਨਿਆਂ ਦਾ ਸਤਿਗੁਰੂ ਨੇ ਨਾਮ ਪਹਿਲਾਂ ਵਰਤਿਆ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਆਪ ਜੀ ਨੇ ਦੇਖ ਲੈਣਾ ਜਾਂ ਆਪ ਜੀ ਨੇ ਕਦੀ ਵਿਚਾਰਿਆ ਹੋਣਾ 12 ਮਹੀਨਿਆਂ ਦਾ ਨਾਮ ਸਤਿਗੁਰੂ ਨੇ ਪਹਿਲਾਂ ਵਰਤਿਆ ਹੈ। ਜਿਸ ਤਰ੍ਹਾਂ ਕਿ ਅਸੀਂ ਪੜ੍ਹਦੇ ਹਾਂ, ਜਦੋਂ ਚੇਤ ਗੋਬਿੰਦ ਅਰਾਧੀ ਹੈ, ਵੈਸਾਖ ਧੀਰਨ ਕਿਉਂ ਵਾਂਢੀਆਂ, ਇੱਕ ਇਹ ਮਹੀਨੇ ਨੂੰ ਛੱਡ ਕੇ ਆਏ ਜੇਠ ਵਾਲੇ ਨੂੰ, ਉਸ ਤੋਂ ਅਗਲਾ ਅਸਾੜ ਤਪੰਦਾ ਤਿਸ ਲੱਗਾ, ਉਸ ਤੋਂ ਸਾਵਣ ਸਰਸੀ ਕਾਮਨੀ, ਵੀ ਇਸ ਤਰ੍ਹਾਂ ਭਾਦੋਏ ਭਰਮ ਭੁਲਾਣੀਆਂ, ਅਸੁਣ ਪ੍ਰੇਮ ਉਮਾਹੜਾ, ਜਿੰਨੇ ਵੀ ਅੱਗੇ ਜਾ ਕੇ ਮੰਗਰ ਦਾ ਜ਼ਿਕਰ ਆਉਂਦਾ, ਮੰਗਰ ਮਾਏ ਸੁਹੰਦੀਆਂ, ਜਾਂ ਮਾਘ, ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਮਾਘ ਪ੍ਰੀਤ ਪਈ ਤੀਰਥ ਅੰਤਰ ਜਾਣਿਆ, ਜਾਂ ਮਾਘ ਮਜਨ ਸੰਗ ਸਾਧਵਾਂ ਗੁਰੂ ਅਰਜਨ ਸਾਹਿਬ ਮਹਾਰਾਜ, ਜਾਂ ਫਲਗੁਣ ਆਨੰਦ ਉਪਾਰਜਨਾ, ਇਹ ਜਿੰਨੇ ਵੀ ਅੱਗੇ 11 ਮਹੀਨੇ ਨੇ, ਇੱਕ ਜੇਠ ਦੇ ਮਹੀਨੇ ਛੱਡ ਕੇ ਬਾਕੀ ਜਿੰਨੇ ਵੀ 11 ਮਹੀਨੇ ਨੇ, ਸਤਿਗੁਰੂ ਜੀ ਨੇ ਉਹਨਾਂ ਮਹੀਨਿਆਂ ਦਾ ਨਾਮ ਪਹਿਲਾਂ ਵਰਤਿਆ ਹੈ। ਵਿਸਾਖ ਭਲਾ, ਜਾਂ ਜਿਸ ਤਰ੍ਹਾਂ ਕਿ ਜੇ ਵਿਸਾਖ ਧੀਰਨ ਕਿਉਂ ਵਾਢੀਆਂ, ਇਹ 11 ਮਹੀਨਿਆਂ ਦਾ ਨਾਮ ਪਹਿਲਾਂ ਵਰਤਿਆ ਹੈ। ਪਰ ਕੇਵਲ ਇੱਕ ਇਹ ਜੇਠ ਦਾ ਮਹੀਨਾ ਹੈ, ਇੱਕ ਜੇਠ ਦਾ ਮਹੀਨਾ ਹੈ ਵੀ ਜਿੱਥੇ ਸਤਿਗੁਰੂ ਨੇ ਜੇਠ ਸ਼ਬਦ ਪਹਿਲਾਂ ਨਹੀਂ ਵਰਤਿਆ, ਜੇਠ ਦੇ ਅੱਗੇ ਹਰ ਲਾ ਦਿੱਤਾ ਹੈ। ਵੀ ਇਹ ਵੀ ਇੱਕ ਸਮਝਣ ਗੋਚਰੀ ਗੱਲ ਹੈ, ਕਿਉਂਕਿ ਜੇਠ ਦਾ ਮਹੀਨਾ ਇੱਕ ਤਾਂ ਦਿਨ ਵੱਡੇ ਹੁੰਦੇ ਆ, ਇਹਦਾ ਨਾਂ, ਇਸ ਮਹੀਨੇ ਦਾ ਨਾਂ ਤਾਂ ਵੀ ਜੇਠ ਪਿਆ। ਕੁਝ ਵਿਦਵਾਨਾਂ ਦੇ ਅਨੁਸਾਰ ਕਿ ਇਸ ਮਹੀਨੇ ਦੇ ਵਿੱਚ ਕੁਝ 1-2 ਦਿਨ ਵੀ ਵੱਧ ਹੋਇਆ ਕਰਦੇ ਸੀ, ਤੇ ਉਹਦੇ ਕਰਕੇ ਇਸ ਮਹੀਨੇ ਨੂੰ ਵੱਡਾ ਮਹੀਨਾ ਆਖਿਆ ਗਿਆ ਵੀ ਜੇਠ ਦਾ ਮਹੀਨਾ ਹੈ। ਇੱਕ ਦਿਨ ਵੱਡੇ ਹੋ ਗਏ, ਇੱਕ ਦੂਜਾ ਮਹੀਨੇ ਦੇ ਨਾਲੋਂ ਇੱਕ ਦਾ ਦਿਨ ਜ਼ਿਆਦਾ ਹੋਣ ਕਰਕੇ ਵੀ ਇਹਨੂੰ ਜੇਠ ਦਾ ਮਹੀਨਾ ਆਖਿਆ ਗਿਆ, ਜੇਠ ਦਾ ਮਹੀਨਾ। ਪਰ ਸਤਿਗੁਰ ਕਹਿੰਦੇ ਵੀ ਮੈਂ ਇਸ ਮਹੀਨੇ ਨੂੰ ਜੇਠ ਆਖਾਂ, ਇੱਕ ਦਿਨ ਵਧਣ ਕਰਕੇ, ਜਾਂ ਦਿਨ ਵੱਡਾ ਹੋਣ ਕਰਕੇ, ਰਾਤ ਛੋਟੀ ਹੋਣ ਕਰਕੇ ਮੈਂ ਆਖਾਂ ਵੀ ਇਹ ਦਿਨ ਵੱਡਾ ਹੈ, ਵੀ ਇਹ ਮਹੀਨਾ ਵੱਡਾ ਹੈ, ਵੀ ਇਹਨੂੰ ਜੇਠ ਦਿਆਂ। ਨਹੀਂ, ਸਤਿਗੁਰ ਕਹਿੰਦੇ ਵੀ ਜੇਠ ਦਾ ਅਰਥ ਹੁੰਦਾ ਹੈ ਵੱਡਾ, ਜਿਸ ਤਰ੍ਹਾਂ ਕਿ ਆਮ ਵੱਡੇ ਭਰਾ ਨੂੰ ਵੀ ਜੇਠ ਆਖਿਆ ਜਾਂਦਾ। ਔਰ ਵਿਦਵਾਨਾਂ ਦੀ ਲਿਖਤ ਮੁਤਾਬਕ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਹਿਲਾ ਨਾਮ ਜੇਠਾ ਜੀ ਹੈ, ਭਾਈ ਜੇਠਾ ਜੀ ਅਸੀਂ ਕਹਿੰਦੇ ਹਾਂ। ਉਹ ਵੀ ਤਾਂ ਜੇਠਾ ਜੀ ਪਿਆ ਕਿ ਉਹ ਆਪਣੇ ਮਾਤਾ ਪਿਤਾ ਦੀ ਪਹਿਲੀ ਸੰਤਾਨ ਸਨ, ਭਾਈ ਜੇਠਾ ਜੀ, ਜਿਸ ਨੂੰ ਆਮ ਕਈ ਥਾਵਾਂ ਤੇ ਪਲੇਠਾ ਪੁੱਤਰ ਵੀ ਕਹਿੰਦੇ, ਪਲੇਠੀ ਦਾ ਪੁੱਤਰ ਵੀ ਕਹਿੰਦੇ ਆ, ਜਾਂ ਜੇਠਾ ਪੁੱਤਰ ਕਹਿੰਦੇ। ਜੇਠੇ ਦਾ ਅਰਥ ਹੁੰਦਾ ਵੱਡਾ, ਜੇਠੇ ਦਾ ਭਾਵ ਕੀ ਹੋ ਗਿਆ ਕਿ ਵੱਡਾ। ਹੁਣ ਆਮ ਸੰਸਾਰੀ ਤੌਰ ਤੇ ਜੇਠ ਅਸੀਂ ਸਮਝਦੇ ਹਾਂ ਵੀ ਵੱਡੇ ਭਰਾ ਨੂੰ ਜੇਠ ਆਖਿਆ ਜਾਂਦਾ ਹੈ, ਪਰ ਸਤਿਗੁਰ ਨੇ ਬਚਨ ਸਾਂਝੇ ਕੀਤੇ, ਮੈਂ ਵੱਡਾ ਕਿਸ ਨੂੰ ਆਖਾਂ, ਮੇਰੇ ਵਾਸਤੇ ਵੱਡਾ ਕੌਣ ਹੈ। ਔਰ ਸਤਿਗੁਰ ਨੇ ਬਚਨ ਸਾਂਝਾ ਕੀਤਾ। ਅੱਜ ਜਿੱਥੋਂ 4 ਨੰਬਰ ਪਦੇ ਦੀ ਆਰੰਭਤਾ ਕੀਤੀ, ਸਾਹਿਬ ਕਹਿਣ ਲੱਗੇ ਹਰ ਜੇਠ ਜੁੜੰਦਾ ਲੋੜੀਆ। ਸਾਹਿਬ ਕਹਿਣ ਲੱਗੇ ਮੇਰੇ ਵਾਸਤੇ ਵੱਡਾ ਕੌਣ ਹੈ, ਮੇਰੇ ਵਾਸਤੇ ਸਭ ਤੋਂ ਵੱਡਾ ਤਾਂ ਉਹ ਮਾਲਕ ਅਕਾਲ ਪੁਰਖ ਹੈ। ਇਸੇ ਲਈ ਆਖਿਆ ਹਰ ਜੇਠ। ਬਾਕੀ 11 ਮਹੀਨਿਆਂ ਦੇ ਨਾਲ ਸਤਿਗੁਰ ਨੇ ਮਹੀਨੇ ਦਾ ਨਾਮ ਪਹਿਲਾਂ ਵਰਤਿਆ, ਪਰ ਕੇਵਲ ਇੱਕ ਜੇਠ ਦਾ ਮਹੀਨਾ ਹੈ ਵੀ ਜਿੱਥੇ ਸਤਿਗੁਰ ਨੇ ਜੇਠ ਪਹਿਲਾਂ ਨਹੀਂ ਸ਼ਬਦ ਵਰਤਿਆ, ਇੱਥੇ ਲਾ ਦਿੱਤਾ ਹਰ ਜੇਠ ਜੁੜਨ ਦਾ ਲੋੜੀ। ਹਰੀ ਜੇਠ ਨਾਲ, ਹਰੀ ਵੱਡੇ ਮਾਲਕ ਅਕਾਲ ਪੁਰਖ ਨਾਲ ਜੁੜਨਾ ਚਾਹੀਦਾ ਹੈ। ਸਾਹਿਬ ਕਹਿਣ ਲੱਗੇ ਹਰ ਜੇਠ ਜੁੜਨ ਦਾ ਲੋੜੀਏ, ਵੀ ਉਸ ਮਾਲਕ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਜੁੜਨ ਵਿੱਚ ਹੀ ਸਾਡਾ ਭਲਾ ਹੈ। ਸਤਿਗੁਰੂ ਨੇ ਤਾਂ ਬਾਣੀ ਦੇ ਬਚਨ ਆਖੇ ਵੀ ਜਦੋਂ ਬੰਦਾ ਰੱਬ ਤੋਂ ਟੁੱਟ ਜਾਂਦਾ ਹੈ, ਵਿਛੜ ਜਾਂਦਾ ਹੈ, ਵੀ ਟੁੱਟ ਜਾਂਦਾ ਹੈ। ਇੱਕ ਵਿਸਰਨਾ ਬਾਣੀ ਨੇ ਆਖਿਆ, ਇੱਕ ਵਿਛੜਨਾ ਹੈ। ਵਿਛੜੇ ਦੀ ਗੱਲ ਕੁਝ ਹੋਰ ਹੁੰਦੀ ਹੈ ਤੇ ਵਿਸਰ ਜਾਣੇ ਦੀ ਗੱਲ ਕੁਝ ਹੋਰ ਹੁੰਦੀ ਹੈ। ਸਤਿਗੁਰੂ ਨੇ ਜਦੋਂ ਇਹ ਆਖਿਆ ਨਾ, ਆਖਾਂ ਜੀਵਾਂ ਵਿਸਰੈ ਮਰ ਜਾ, ਤੂੰ ਵਿਸਰੇ ਨਾ। ਵਿਛੜਨਾ ਗੱਲ ਕੁਝ ਹੋਰ ਹੈ। ਕੁਝ ਸਮੇਂ ਵਾਸਤੇ ਬੰਦਾ ਵਿਛੜਦਾ ਤੇ ਫਿਰ ਮਿਲ ਪੈਂਦਾ। ਤਾਂ ਹੀ ਤੁਸੀਂ ਅਰਦਾਸ ਦੇ ਅੰਦਰ, ਅਸੀਂ ਅਰਦਾਸ ਅੰਦਰ ਹੀ ਬੋਲ ਪੜ੍ਹਦੇ ਹਾਂ, ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ, ਨਿਉਟਿਆਂ ਦੇ ਉੜਨੇ ਆਸਰਾਂ ਕੇ ਆਸਰੇ। ਜਿੱਥੇ ਜਾ ਕੇ ਇਹ ਬੋਲ ਆਉਂਦੇ ਵੀ ਜਿਨ੍ਹਾਂ, ਜਦੋਂ ਇਹ ਬੋਲ ਪੜ੍ਹਦੇ ਆ ਵੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਹ ਸਾਨੂੰ ਵਿਸਰੇ ਨਹੀਂ ਨੇ। ਅਸੀਂ ਰੋਜ਼ ਉਹਨਾਂ ਨੂੰ ਚੇਤਾ ਕਰਦੇ ਹਾਂ ਵੀ ਅਸੀਂ ਉਹਨਾਂ ਤੋਂ ਵਿਛੜੇ ਹਾਂ, ਵੀ ਸਮੇਂ ਕਰਕੇ ਵੀ ਅਸੀਂ ਉਹਨਾਂ ਤੋਂ ਕੁਝ ਦੂਰ ਹੋ ਗਏ, ਵਿਛੜੇ ਹਾਂ ਪਰ ਵਿਸਰੇ ਨਹੀਂ ਹਾਂ, ਕਿਉਂਕਿ ਵਿਛੜਨ ਵਿੱਚ ਤੇ ਵਿਸਰਨ ਵਿੱਚ ਅੰਤਰ ਹੈ। ਸਤਿਗੁਰ ਨੇ ਬਾਣੀ ਅੰਦਰ ਆਖਿਆ ਵੀ ਇਹ ਤਾਂ ਹੀ ਬਾਣੀ ਅੰਦਰ ਬਚਨ ਆਖੇ ਵੀ ਤੂੰ ਮਾਲਕ ਮੈਨੂੰ ਵਿਸਰੇ ਨਾ,
विसरन का भाव है कि मैं तेरे नालों बिल्कुल ही नाता तोड़ लेना। विछड़न का भाव है कि मैनू याद है मैं तेरे नाल विछड़िया हाँ, मैं तेरे नाल टुटिया हाँ। तां ही ये बाणी के बचन आए, सो क्यों विसरै, वो तेनों भुलदा ही क्यों, जिन सब किश दिया, वो तेनों क्यों भुलदा है। और सतगुरु ने इत्थे बचन साझे कीते, बाणींदर साहब कहन लगे उस मालक अकाल पुरख के नाल जुड़ना चाहिए, उस दे नाल जुड़िया ही जीवन है। बाणींदर ये बचन है, बिसरत क्यों जीवे ओ जीवन, भी तेरे नाल बिसर के तेनों भुल के असी किवें जीवन जिउ सकते। तेरे तो बिना मालक जी तुहाडी विचारधारा तो बिना, भाव जदों जीवन के अंदर रब जी के गुण नहीं रहिंदे ने, उनका एहसास नहीं रहिंदा है, सतगुरु जी कहन लगे फिर काहदा जीवन है। फिर तो बंदा वकार औगणा दे विच जीवन नूं लबरेज करके जिउंदा है। पर सतगुरु ने अज बचन साझे कीते, हर जेठ जुड़ंदा लोड़ीए। हरी जेठ अगे, हरी जेठ नाल मालक जी कहन लगे जुड़ना चाहिए है, जिस अगे सब निवन, जिस अगे सारी दुनिया निवदी है, जिस अगे सारा कुछ निवरिया है। भाव जिस दे हुक्म कंट्रोल दे विच सारा समूचे संसार का पसारा बजा है, जिसनों बाणी ने इदां भी आख्या, सगल समगरी तुमरै सूत्रधारी, तुम ते होए सो आग्याकारी। तेरी आग्या दे विच इस समूचे संसार का पसारा चल रहा है, जिसनों बाणी ने गुरु नानक साहब महाराज ने इदां भी आख्या, पै विच सूरज पै विच चंद, कोह करोड़ी चलतना अंत। तेरे पै दे विच, तेरे निजमावली दे विच, तेरे डर दे अधीन है ये समूचा पसारा, भावें सूरज है भावें चंद्रमा है। अगे जाके काफ़ी कुछ सतगुर ने जिक्र किया। सतगुर कहन लगे सारे तुहाडे भै दे विच जीवन नूं जिउंदे भी तुहाडे अगे सब दुनिया निवरी। और साहब ने बचन आखे, हर जेठ जुड़न दा लोड़ीए, जिस अगे सब निवन। इसलिए हरी जेठ अगे निवना चाहिए है, न्याउना चाहिए, जिस अगे सारी दुनिया निवन रही है, जिस अगे सारी दुनिया निवी जा रही है। निमन का भाव भी सतगुरु ने बाणी अंदर साझा किया। एक दिखावे का निमना होंदा है, एक दिखावे का है। एक अदीब ने भी ये बचन साझे किया, वो कहता, सर झुकाने से नमाजें अदा नहीं होती, इबादत के लिए दिल झुकाना पड़ता है। कि जिवें सिर झुकाउण नाल केवल नमाज अदा नहीं हो जाती, इबादत वास्ते रब नूं याद करने वास्ते जे दिल नहीं ना झुकदा तो माफ़ करना, सतगुरु ने साडे केवल बाहरी तौर पर निमन नूं भी जे मेरा मन गुरु वाले पासे समर्पित नहीं, मैं गुरु की गल नहीं मानदा तो माफ़ करने। सतगुरु गुरु नानक साहब महाराज जी के बचन जी साहब कहन लगे, अपराधी दूना निवै, जो हंता मिरगाहें शीस निवाया, क्या थी है जा हृदय कशुद्ध जाओ। जे हृदय अंदर कशुद्ध पुनाइया, जे अजे भी वासनावां भैड़े विचार ही जीवन विच ने, अजे भी दूजे का नुकसान ही जीवन विच लुकिया होया, तो सतगुरु कहन लगे इहो जे निमन नूं मैं प्रवान नहीं करदा। इहो जे निमन नूं भी अपराधी दूना निवे। हुण अपराध करन वाला किसी ने कुछ गलत किया होवे तो वो पुलिस वालों के सामने किस तरह लिकड़ियां कढ़दा, बंदे ते कोलों अपराध होया तो बंदा दूजे के सामने किदां माफियां मंगदा, भी अपनी पग तक थले रखण वास्ते तैयार हो जाता भी मैनूं माफ़ कर दिओ जी, भी किन्नियां लिकड़ियां कढ़ रहा हुंदा बंदा। पर उहदे उस काम नूं वेख के कोई ये ना कह ले भी बंदा सच्ची झुक रहा, वो तो अपने अपराध नूं बख्शाउण दी खातर इदां कर रहा है। बाणी अंदर गुरु नानक साहब महाराज कहन लगे, अपराधी दूना निवे, दुगना दुगना निवदा, जो हंता मिरगा है। तो जिवें कहन लगे हत्या हंता करने वाला है, मिरग नूं मारन वाला शिकारी जिवें निवदा है ना। हुण शिकारी हिरन नूं फड़ना आवे तो उत्थे उहनूं बड़ा निवना पैंदा, जे सामने फेस वेख रहे हिरन तो उहदे वस विच नहीं आवेगा, कंट्रोल विच नहीं आ। हिरन बड़े, हिरन की दौड़ बहुत तेज है। पर सतगुरु ने आख्या भी हुण हिरन नूं फड़न वास्ते शिकारी थले निव रहा है, थले निव रहा। जिवें फौजी वीर कई बार ट्रेनिंग इदां दित्ती जाती, जां किते लड़ना भी पै जाए तो उन्होंने अपनियां जिहड़ियां बाहां दे भार भी चलना पैंदा, अरकां दे भार भी चलना पैंदा। हुण उन्हां नूं उस तरह वेख के कोई बंदा आखे भी ये निव रहे ने, उत्थे तो हुण लड़न वास्ते इदां कर रहा भी असले चों निव तां रहे नहीं। हुण इदां ही कहन लगे शिकारी नूं फड़न वाला, हिरन नूं फड़न वाला, माफ़ करना, हिरन नूं फड़न वाला जिहड़ा शिकारी वो भी निव रहा है। पर सतगुरु जी कहन लगे हुण उहदे अंदर भावना की भी वो हिरन नूं मारना चाहुंदा। सतगुरु कहन लगे अपराधी दूना निवे, जो हंता मिरगाए। ते अगे बचन आके सीस निवाया क्या थी है, सीस निवाउण नाल की हो जाता, जा हृदय कशुद्ध जाए, जी हृदय दे विच कशुद्ध पुना।
जी हिरदा ही शुद्ध नहीं होया तो सतगुर कहते कि ये निवना प्रवान नहीं। हाँ निवना प्रवान केड़ा है? सतगुर कह लगे तुद नूं निवन मनन तेरा नाम। तैनूं निवना की है? तेरी गल मान लैनी, तेरे बचनां नूं असीं मान लईए मालिक, ये निवना प्रवान है। तुद नूं निवन, तैनूं निवना की है? मनन तेरा नाम, भी तेरा नाम, तेरा नामना, तेरी बाणी नूं मान लईए तो मालिक तेरे अगे निवना प्रवान है। भी ऐसी निवन की जाच सानू भी आ जाए। पर सतगुरु ने बचन साझे कीते, कह लगे हर जेठ जुड़न दा लोड़ी है। हरी जेठ नाल जुड़ना चाहिए, उस वड्डे नाल जुड़ना चाहिए, भी लोड़ना चाहिए, भी जुड़ना चाहिए जिस अगे सब निवान, जिस अगे सारी दुनिया निमदी है। कोई मानदा है जां नहीं मानदा भी मैं निमदा, पर है तो उनके कंट्रोल दे विच ही है, उनके हुक्म विच ही पाबंद है बंदा। उनके हुक्म विच जे बचपन मिलिया तो जवानी उनके हुक्म विच, ते जवानी तो अगे जिहड़ा बुढ़ेपा आ रहा तो उनके हुक्म विच ही जीवन। हुण हर बंदा, कोई बंदा संसार दा इदां नहीं जिहड़ा बजुर्गी वाले पासे, बुढ़ेपे वाले पासे जाना चाहुंदा, पर बुढ़ेपा आ रहा है ना। भी इहदा मतलब भी किसी का कंट्रोल है, भी जिहड़ा अपने आप मेरे जीवन दी अवस्थावां, जिसनूं सतगुर ने आख्या भी बाल जवानी और बिरध फुन तीन अवस्था जान, भी किसी का कंट्रोल तो है, भी मेरा अपना अपने आप का, मेरा अपना अपने शरीर ते कंट्रोल है नहीं है। भी जे मेरे वस विच हुंदा ते कोई संसार का बंदा भी बजुर्ग नहीं सी हो सकता। कोई नहीं चाहता है मैं बजुर्गी वाले पासे जावां, पर किसी के हुक्म विच ला विच ये शरीर जिहड़ा चल रहा है, सतगुर ने आख्या भी सारे निव रहे, सारिਆਂ ਨੂੰ झुकना पैंदा है। उस जिस अगे सब निवान मालक कह लगे उस अगे निव, हर सज्जन दावन लग्या किसे न देई बन, कह लगे उस सज्जन दे दावन, दावन कहंदे आ पल्ले नूं, भी दावन कहंदे आ पल्ले नूं, हर ही सज्जन दे दावन भाव पल्ले ना लग्या। बाणी अंदर पल्ला शब्द भी आया, जिवें बचन है हब्बे साग कूड़ावे डिठे तौ पल्लै तैंडै लागी। हालांकि भावें आनंद कारज के समय असीं पढ़ते हाँ श्लोक ही गुरु अर्जन साहिब महाराज जी का, भावें कि गल इत्थे अकाल पुरख की एक जीव इस्त्री की चलती है, पर संसारी तौर पर असीं साडे एक रीत बनी है, असीं शब्द पढ़ते हाँ भी उस्तत निंदा नानक जी मैं हब वंजाई छोड़िया हब किज त्यागी। मैं उस्तत ते निंदा नूं छड़ दिता है। उस्तत निंदा, क्योंकि ये चीज़ छड्डनी बहुत औखी है। ये आ भी मैं तां पल्ले तैंडे लगी हाँ, आ जिहड़ी चीज़ नूं छड्डिया है। उत्थे मतलब ये नहीं हुंदा भी असीं बहुती वारी साडी सोचनी विच हुंदा है भी हुण लड़की ने अपने परिवार वालों कह दिता मैं तुहानूं छड्ड दिता ते हुण मैं लड़के दे पल्ले लगी हाँ। एक संसारी तौर पर साडा एक दस्तूर बनिया है, पर उत्थे जो भाव ने भी उस्तत निंदा नानक जी मैं हब वंजाई, मैं हब का भाव सब वंजाई त्याग छोड़िया हब किज त्यागी, इदां दा सब कुछ त्याग दिता भी उस्तत निंदा वाला। ते ये उस्तत निंदा वाले जिन्ने साग सी ना, हब्बे साग कूड़ावे डिठे, इन्हां नूं मैं झूठे वेख्या। क्योंकि जिहड़ा बंदा साडी खुशामद कर रहा भी दूजे की निंदा कर रहा है, वो दूजे बंदे कोल जाएगा तो साडी भी निंदा जरूर करेगा। जिहड़ा मेरे कोल किसी दूजे की निंदा कर रहा वो दूजे किसी कोल जाएगा, वो मेरी निंदा उहदे कोल जाके करेगा। भी इदां दे जिहड़े रिश्ते साग सी ना, सतगुर कहन लगे हब्बे साग, सारे साहबे का भाव सभे, हब्बे साग कूड़ावे डिठे, इदां दे सारे झूठे देखिया मैं, तौ तां पल्लै तैंडे लागी। हे अकाल पुरख रब जी तां मैं तुहाडे पल्ले लगी हाँ, तुसी मेरे खसम हो, प्रभु पति हो, ते मैं तुहाडी पत्नी हाँ, तां तुहाडे पल्ले लगी हाँ। इदां दे उस्तत निंदिया वाले जिन्ने साक ने मैं झूठे वेखे ने, इन्हां नूं मैं त्याग दिता है। पर ये त्यागने बहुत औखे हो जाते हैं। उस्तत निंदा दू त्यागै खोजै पद निर्बाना, जन नानक ये खेल कठिन है। संसारी तौर पर जिन्नियां मर्जियां असीं आम देखते हैं, जिन्नी मर्जी औखी तो औखी गेम होवे तो खिडारी खेड लेंदे, खेड लेंदे ने। पर सतगुर कहंदे एक खेड आ भी है खेड, पर यह खेडनी बहुत मुश्किल है। इनू बाणी कई बार कहते भी करोड़ों विचों कोई एक अद्धा ही खेडदा, भाव घट ही खेडण वाले हुंदे इदां दी। मेरे वर्गे गल्लां करन वाले बहुत हो सकते, पर कहण लगे ये खेड नूं खेडण वाले भी उस्तत ते निंदा दू त्याग, इन्हां नूं त्याग देवे ते खोजै पद निर्बाना। उस्तत दा भाव हुंदा भी झूठी खुशामद करनी, किसी दी वडियाई करनी, जां भी अपनी झूठी उस्तत सुननी।
कोई बंदा आख्या भी हाँ भी तू बहुत नेक है, पर जे बंदा नेक ना हो तो कभी किसी ने आख्या भी नहीं भरावा मैं इन्ने जोगा है नहीं जिन्नी हवा तू मैनू दे रहा, पर बंदा कहता भी मैं सुनना चाहना। तो स्टेज पर भी बंदा सुनना चाहता भी गुरुद्वारे भावें कि गुरु अर्जन साहब महाराज कहते मालिक तेरा कीता जातों ने मैनू जो कीतो ही हम मैले तुम उजल करते, पर बंदा गुरुद्वारे आके भी अपनी वडियाई सुनना चाहता भी लोग भी कोई ढाडी प्रचारक लगा तो मेरी वडियाई करे, मेरी वडियाई करे। पर सतगुरु ने तो बाणी में आख्या मालिक असी तो मैले हाँ तू उजल करने वाला है, असी तो मूर्ख हाँ भी साडा जीवन मूर्खों वाला है, असी अपने मन की मत पिछे चलण वाले हैं। और सतगुरु ने आख्या भी ये है भी अपनी उस्तत सुननी या दूजे की उस्तत करनी, दूजे की निंदिया करनी या दूजे की निंदिया सुननी। सतगुरु कहते भी उस्तत निंदा दो त्याग है, इनू कोई त्याग दे। खोजै पद निर्वाणा, निर्वाण पद वासना तो रहत कोई पद का भाव पदवी नू कोई खोजे कोई लभे भी वो जीवन की अवस्था भी जिथे ये उस्तत ते निंदा प्रभाव ना पा सकन, वो पदवी वो स्टेट ऑफ माइंड जिहड़ा जीवन का कहन लगे भी उसनू कोई लभे कोई खोजन का यतन करे। खोजै पद निर्वाणा जन नानक यह खेल कठिन है, ये खेल बहुत औखा है, किन्हू गुरमुख जन। पर सतगुरु कहते कोई गुरु वाले पासे मुख करे वही इस खेल नू जानदा, वो खेल खेड नहीं जानदा, वही इस खेड नू खेडना जानदा है जिहड़ा गुरु वाले पासे मुख नू करदा है। और खैर सतगुरु ने अज जिहड़े बचन साझे कीते गल मैं पल्ले की कर रहा। साहब जी कहन लग्या सज्जन दावन लग्या, बाणी अंदर पल्ला भी आया दामन शब्द भी वरते, तो सतगुरु कहन लग्या सज्जन दावन लग्या किसै न देई बन। हरी सज्जन दे पल्ले लग्या, सज्जन आख्या मित्र, हरी मित्र है, क्योंकि मित्र दे नाल बंदा हर एक गल का साझी कर लैंदा है। मित्र का कुछ रिश्ता ही इदां दा हुंदा भी जिहड़ी कई वारी गल परिवार नाल बंदा शेयर नहीं कर पाउंदा ना, वो कई वारी अपने मित्रां दोस्तां नाल करदा है भी कोई ना कोई हल कढ देणगे। साहब कहन लगे हर सज्जन दावण लग्या किसै ना देई बन, ते जदों सज्जन दे पल्ले मैं लग्या ना ते साहब कहन लगे वो सज्जन फिर किसै ना देई बन, किसे वकार आदत औगण नूं बन्नण नहीं दिंदा मेरा जीवन, भी मेरा जीवन फिर किसी वकार औगण के अंदर वो बन्नण नहीं देता है। जब मैं रब के पल्ले लग्या ना तो साहब कह लगे वो इन्ना समर्थ है कि मेरे जीवन में फिर किसी होर वकार आदत द्वारा बन्नण नहीं देता, कोई औगण इस जीवन में बन नहीं सकता जो रब के पल्ले लगता। जो रब के पल्ले इस इतिहास की वार्ता पढ़ते हैं, जो गुरु हरगोबिंद साहब महाराज ग्वालियर की कैद में जहांगीर जिहड़ा भी कैद कर लेंदा है, जदों उसने कैद किया है तो उस ग्वालियर की कैद में गुरु हरगोबिंद साहब महाराज कुछ समा रहिंदे ने, और जदों उत्थों छुटते हैं, जदों उत्थों छुटते हैं तो असी आम इतिहास की विदित घटना है कि सतगुरु गुरु हरगोबिंद साहब महाराज मीरी पीरी के मालक सतगुरु जी, तो सतगुरु कहते भी जदों छड्डण का हुक्म होंदा भी तुहानूं छड्ड दिता जांदा है, रिहा कर दिता जांदा है, सतगुरु कहते भी मैं इत्थों कल्ला नहीं जाऊँगा, इत्थों कल्ला नहीं जावांगा, क्योंकि सतगुरु ने उत्थे जिहड़े वेखे ने 52 वड्डे राजां का जिक्र आउंदा, कुछ उत्थे छोटे राजे भी सी पर 52 तो उत्थे वड्डे राजे सी, और वो उम्र कैद कह ली भी अखीर उन्होंने उतों जे कोई निकलता सी तो उहदी डैथ बॉडी जरूर निकलती सी, जिउंदे जी उतों उस कैद विचों कोई प्राणी निकल नहीं सी सकदा, उस ग्वालियर के किले दे विचों उस कैद दे विचों, और उन्होंने स्लो पॉइजन दे के एक थोड़ा थोड़ा खाने में जहर रला के हौली हौली उन्होंने शरीर को निढाल कर दिता जाता सी, मौत वाले पासे लै भी उन्होंने शरीर को लै जाया जाता सी। हुण सतगुरु उन्होंने कोल रहे ने, उन्होंने 52 राजियां दे कोल सतगुरु उत्थे विचारां भी करते रहे, उन्होंने ते प्रभाव पिया, वो गुरु नूं समर्पित भी होए, तो उन्होंने आख्या दाता जे तुसीं बाहर जाना भी सानू भी इत्थों बाहर कढ लो, जे असी गए बाहर तो साडियां तां डैथ बॉडियां जरूर जाणगियां, मृतक शरीर जाणगे, पर असी जिउंदे जी बाहर नहीं जा सकते, तुसीं साडे ते उपकार परोपकार करो भी सानू बाहर कढ लो। तो जदों सतगुरु गुरु हरगोबिंद साहब महाराज नूं रिहाई का आदेश आउंदा भी रिहाई के हुक्म होंदे भी सतगुरु नूं बाहर कढ दिता जाए ग्वालियर की कैद विचों, क्योंकि सिख संगतां दे बाहर काफ़ी प्रभाव पैंदा, बाबा बुढ़ा जी भाई गुरदास वर्गे इन्हां महापुरखां ने भी काफ़ी जोर सरकार ते एक प्रैशर भी प्रैशर ग्रुप बना के भी गुरु हरगोबिंद साहब की रिहाई वास्ते उपराले किए।
ਹੁਣ ਜਦੋਂ रिहाई के हुक्म होंदे आ तो सतगुर कहते भी असीं कल्लिਆਂ ने बाहर नहीं जाना, असीं कल्ले बाहर नहीं जावांगे। तो उन्होंने आख्या की किया जाए, फिर सतगुर कहते भी जिन्ने राजे ने इन्हों इथों रिहा कर दिता जाए, ये राजा इस बंदी के विचों रिहा कर दिता जाए। तो वो फिर जहांगीर ने भी इदां दी स्कीम वरती। उन्होंने पता सी भी राजपूत राणे भी छेती, राजपूत राजे भी किसी दूजे के छेती पल्ला नहीं फड़ते, किसी दूजे के अंडर नहीं चलते हैं। उन्हें आख्या भी इन्हां विचों जेड़े राजे तुहाडा पल्ला फड़ के बाहर आ जाण उन्होंने मैं रिहा कर देंगा। वो समझ लो जेड़ा पल्ला फड़ के तुहाडे बाहर आ गए वो बाहर आ जाण, जेड़ा नहीं पल्ला फड़नगे भी अंदर रहणगे। पर इतिहास की घटना भी जिन्ने राजे सी 52 के 52 उत्थे फिर कई इतिहासकार लिखते सतगुर ने चोला 52 कलियां वाला पाया, कई लिखते भी उत्ते स्पैशल चोला फिर सवाया गया भी 52 कलियां वाला। 52 कलियां वाला चोला सवा के सतगुर ने फिर जदों बाहर निकले ने तो हरेक राजे ने 52 राजा ने उन्हां कलियां नूं फड़िया, सतगुर के चोले दीयां कलियां नूं फड़िया, और वो फिर सारे राजे जिहड़े भी इस तरह रिहा होए ने। सारे राजे ग्वालियर की कैद विचों इस तरह रिहा होए ने, और 52 दे उसनूं असीं बंदी छोड़ दिवस के भी रूप में मनाउने हैं। सतगुर ने उन्हां राजिआं नूं कैद दे विचों छुड़वाया, और सतगुरु केवल सरीरक कैद विचों नहीं छुड़वाउंदे ने। ये तो सलाखा ने साडे इदां दे सूरमे भी ने जिहड़े सोच करके आज़ाद ने, पर उन्हां नूं अज सलाखां दे पीछे ने, भावें कि उन्हां दा जेल का समा जिहड़ा उम्र कैद का समा भी लंघ गया, जिन्नी उन्होंने 20-20 साल की जेल हुई सी, कैद हुई सी, वो समा भी लंघ गया, पर उन्होंने पैरल ते रिहा नहीं किया गया। वो अजे जेल दी सलाखा, पर उन्हों की सोच गुलाम नहीं है। असी जिन्ने भावें सरीरक तौर पर आजाद हाँ, साडे विच बहुते मानसिक तौर पर गुलाम हुंदे आ। सतगुर ने वार वार सानू जिस गुलामी दे विचों कढ़न का यतन किया ना, जिहड़ी फ्रीडम सानू सतगुर देनी चाहुंदे सी, जिस गुलामी विचों सतगुर सानू बाहर कढ़ना चाहुंदे सी, हो सकदा भी असीं उस गुलामी विच अज भी कैद होईए। उस गुरु सानू गुलामी चों बाहर कढ़ना चाहुंदा। ये तो कई बार इदां हो जाता है, जिवें कहंदे भी एक तोता सी ते किसी शिकारी ने की किया भी तोते नूं फड़ के ना, आजाद उड्डण वाला तोता, ते उहनूं फड़ के ते पिंजरे विच कैद कर लिया। हुण उत्थे उहने पिंजरे विच चूरी भी रखी, दाणे भी रखे, पानी भी रखा। 1-2 दिन उस तोते ने मूँह नहीं मारिया, तो किसी जानवर, किसी दानशमंद बंदे ने, किसी सियाणे बंदे ने शिकारी ने आख्या भी क्यों तू इहनूं मारना, इहने मर जाना, भी इहनूं तू आज़ाद कर दे, छड्ड दे। वो कहंदा नहीं, मेरे जीवन की प्रैक्टिस है भी ये मरेगा नहीं, ये मरेगा नहीं अजे। वो कहंदा भी ये कुछ खा नहीं रहा, भी ना पानी पी रहा, इहने मर जाना। वो कहंदा नहीं मरेगा। वो कहंदा भी 2 दिन वेखते इन्हें अपने आप पानी भी पीना, इत्थे दाने भी खाने ने, चूरी अपने आप सारा कुछ खाना शुरू कर देना। 2-3 दिन लंघे, 4-5 दिन, हफ्ता लंघ गया। हौली हौली हुण जिवें भुख तंग करदी सी, तोते ने पानी चों मूँह भी मारिया, चुंझ मारी, रोटी भी खाधी, चूरी भी खाधी, दाने भी खाधे। हौली हौली वो उस पिंजरे दे विच रहण दा आदी हो गया, गुलाम हो गया, जिन्हों कह लेने पिंजरे विच रहण दा आदी हो गया। 6 महीने साल लंघिया, जदों पूरी तरह शिकारी नूं पता लग गया ने हुण पिंजरे दा आदी आ, हुण पिंजरा इहदे माइंड विच, मन विच वड़ गया। उन्हें एक दिन उस पिंजरे की बारी खोली, उन्होंने आज़ाद कर दिता। आज़ाद वो पंछी उड्डिया आकाश दे विच। उस सज्जन ने जिहने पहलां आख्या सी भी इहनूं तू याद कर दे, तू क्यों कैद किया, उन्हें वेख्या भी चलो चंगा होया, भला कर्म किया इन्हें भी, चलो देर आए तो दुरुस्त आए, तो भी देर बाद ही भावें सही भी इन्हें उस पंछी नूं आज़ाद कर दिता, तोते नूं आज़ाद कर दिता। पर उस वेखण वाले की हद ना रही, हैरानगी की हद ना रही भी उन्हें की वेख्या भी उही तोता, उही पंछी जिहड़ा सी आकाश च उडारियां कुछ समा ला रहा सी, आकाश उडारी लाउण तो बाद अपने आप अज पिंजरे दे विच आ गया। अज पिंजरे विच उहदी हैरानगी की हद न रही भी कमाल है, इहनूं आज़ाद कीता ते अज पहलां इहनूं पिंजरे विच पाया सी, शिकारी ने फड़ के ते इहदा जी करदा सी मैं पिंजरे नूं तोड़ दियां, पर इन्नी ताकत नहीं सी, स्ट्रैंथ नहीं सी, समर्था नहीं सी, तोड़ नहीं सकदा। पर अज इहनूं शिकारी ने आज़ाद कीता, पर अज ये अपने आप पिंजरे विच आ गया। तो उस शिकारी दे कोल गया, कहंदा की गल भी ये अपने आप क्यों आ गया। कहंदा गल इदां, पहलां ये आज़ाद सी, इहदी सोचनी आज़ाद सी, इहने आज़ादी वेखी सी,
ਤੇ ਇਹ ਆਜ਼ਾਦ ਸੀ, ਇਹਨੂੰ ਮੈਂ ਪਿੰਜਰੇ ਵਿੱਚ ਪਾਇਆ, ਇਹ ਮਨ ਕਰਕੇ ਆਜ਼ਾਦ ਸੀ, ਇਹਦਾ ਜੀ ਕਰਦਾ ਸੀ ਇਸ ਪਿੰਜਰੇ ਨੂੰ ਮੈਂ ਤੋੜ ਦਿਆਂ। ਪਰ ਹੌਲੀ ਹੌਲੀ ਮੈਂ ਇਹਨੂੰ ਖੁਰਾਕ, ਇੱਦਾਂ ਦਾ ਮਟੀਰੀਅਲ, ਇਹਨੂੰ ਪਿੰਜਰੇ ਵਿੱਚ ਇੰਨਾ ਕੁ ਸਮਾਂ ਰੱਖਿਆ, ਹੁਣ ਪਿੰਜਰਾ ਇਹਦੇ ਮਨ ਦੇ ਅੰਦਰ ਫਿੱਟ ਹੋ ਗਿਆ। ਹੁਣ ਸਰੀਰਕ ਤੌਰ 'ਤੇ ਇਹਨੂੰ ਮੈਂ ਆਜ਼ਾਦ ਵੀ ਕਰ ਦਿਆਂਗਾ ਨਾ, ਇਹ ਤਾਂ ਵੀ ਵਾਪਸ ਪਿੰਜਰੇ ਵਿੱਚ ਹੀ ਆਵੇਗਾ, ਕਿਉਂਕਿ ਗੁਲਾਮੀ ਇਹਦੇ ਜ਼ਿਹਨ ਵਿੱਚ, ਇਹਦੇ ਮਨ ਵਿੱਚ ਵਸ ਗਈ ਹੈ। ਗੁਰੂ ਨੇ ਸਭ ਤੋਂ ਪਹਿਲਾਂ ਸਾਡੀ ਗੁਲਾਮੀ ਮਨ ਦੀ ਕੱਢੀ ਹੈ। ਮਨ ਕਰਕੇ ਅਸੀਂ ਰੱਬ ਜੇਠ ਦੇ ਨਾਲ ਗੁਰੂ ਨੇ ਜੁੜਨ ਦੀ ਗੱਲ ਆਖੀ ਹੈ ਨਾ, ਤੇ ਮਨ ਕਰਕੇ ਪਤਾ ਨਹੀਂ ਅਸੀਂ ਜੇਠੇ ਕਿੰਨੇ ਕੁ ਬੁਲਾਏ। ਮੈਂ ਕਈ ਵਾਰੀ ਕਹਿ ਦਿੰਦਾ, ਭਾਵੇਂ ਕਿ ਮੈਨੂੰ ਕਈ ਵਾਰੀ ਸੰਗਤ ਦੀ ਗੱਲਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ, ਕਿ ਕਈ ਵਾਰੀ ਸੰਗਤਾਂ ਕਹਿੰਦੇ ਵੀ ਤੁਸੀਂ ਇੱਦਾਂ ਕਿਉਂ ਗੱਲ ਕਹਿੰਦੇ ਜੀ। ਪਰ ਅਸੀਂ ਗੁਰਮਤ, ਗੁਰੂ ਦੀ ਗੱਲ ਕਹਿਣ ਵਾਲੇ, ਜੇ ਸਾਹਮਣੇ ਤੁਸੀਂ ਮਾਇਆ ਰੱਖਦੇ ਹੋ, ਇਹ ਸਾਡੀ ਮਾਇਆ ਹਰਾਮ ਦੀ ਕਮਾਈ ਬਣਦੀ ਜੇ ਅਸੀਂ ਗੁਰੂ ਦੀ ਗੱਲ ਤੁਹਾਨੂੰ ਟਣਕਾ ਕੇ ਨਹੀਂ ਕਹਿੰਦੇ। ਇਹ ਤਾਂ ਫਿਰ ਉੱਦਾਂ ਵੀ ਜਿਵੇਂ ਦੁੱਧ ਵਿੱਚ ਕੋਈ ਪਾਣੀ ਪਾ ਕੇ ਵੇਚੇ ਨਾ, ਤੇ ਅਸੀਂ ਉਹਨੂੰ ਤਾਨੇ ਮਿਹਣੇ ਦਿੰਦੇ, ਲਾਮੇ ਦਿੰਦੇ ਹਾਂ। ਕੋਈ ਮਟੀਰੀਅਲ ਨਕਲੀ ਵੇਚਦਾ ਹੋਵੇ ਤੇ ਅਸੀਂ ਉਹਨੂੰ ਤਾਨੇ ਮਿਹਣੇ ਦਿੰਦੇ ਹਾਂ ਵੀ ਤੂੰ ਇੱਦਾਂ ਕਿਉਂ ਕਰਦਾ, ਵੀ ਫਲਾਣੀ ਚੀਜ਼ ਲੈ ਕੇ ਗਏ ਸੀ ਵੀ ਉਹ ਤਾਂ ਅਸਲੀ ਨਹੀਂ ਨਿਕਲੀ, ਵੀ ਪਹਿਲਾਂ ਵਰਗੀ ਉਹਨੇ ਕਾਢ ਨਹੀਂ ਕੱਢੀ। ਤੇ ਇੱਦਾਂ ਜੇ ਅਸੀਂ ਗੁਰਮਤ ਦੇ ਵਿੱਚ ਅਸੀਂ ਪਾਣੀ ਪਾ ਪਾ ਕੇ ਆਪਣੀ ਮੱਤ ਵਿੱਚ ਘੋਟ ਕੇ ਵਿੱਚ ਕੁਝ ਨਾ ਕੁਝ ਵੇਚਣ ਦਾ ਯਤਨ ਕਰਾਂਗੇ, ਸੰਗਤ ਨੂੰ ਸੁਣਾਵਾਂਗੇ, ਇਹ ਸਾਡੀ ਹਰਾਮ ਦੀ ਕਮਾਈ ਬਣਦੀ ਹੈ, ਹਰਾਮ ਦੀ ਕਮਾਈ। ਖੈਰ ਗੁਰੂ ਮਿਹਰ ਕਰੇ ਵੀ ਹੁਣ ਜੇਠ ਦੀ ਗੱਲ ਗੁਰੂ ਨੇ ਕੀਤੀ ਹੈ, ਪਰ ਅਸੀਂ ਮਾਨਸਿਕ ਤੌਰ ਤੇ ਗੁਲਾਮ ਕਈ ਵਾਰੀ ਇੰਨੇ ਹੋ ਜਾਣੇ ਵੀ ਅਸੀਂ ਆਪੋ ਆਪਣੇ ਐਡੀਸ਼ਨਲ ਜੇਠੇ ਬਣਾ ਲਏ, ਪਤਾ ਨਹੀਂ ਕਿੰਨਾ ਕੁਝ ਕੀ ਕੁਝ ਕਰ ਲਿਆ, ਜਿਹਨੂੰ ਅਸੀਂ ਵੱਡਿਆਂ ਦੇ ਨਾਂ ਤੇ ਪੂਜਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਨੇ ਤਾਂ ਆਖਿਆ ਹਰ ਜੇਠ ਜੁੜਨ ਦਾ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਵਿੱਤਰ ਵਚਨ ਆ ਜੀ। ਗੁਰੂ ਨੇ ਆਖਿਆ ਹਰੀ ਜੇਠ ਨਾਲ ਜੁੜਨਾ ਚਾਹੀਦਾ, ਉਸ ਵੱਡੇ ਨਾਲ ਜੁੜਨਾ ਚਾਹੀਦਾ ਜਿਸ ਅੱਗੇ ਸਭ ਨਿਮਾਣੇ। ਕਿਉਂਕਿ ਇੱਦਾਂ ਹੁੰਦਾ ਨਾ, ਜਿਹੜਾ ਅਸੀਂ ਵੱਡੇ ਬਣਾਏ ਉਹਦੇ ਅੱਗੇ ਦੂਜੇ ਨਹੀਂ ਝੁਕਦੇ, ਜਿਹੜੇ ਦੂਜਿਆਂ ਨੇ ਬਣਾਏ ਉਹਨਾਂ ਅੱਗੇ ਅਸੀਂ ਨਹੀਂ ਝੁਕਦੇ, ਅਸੀਂ ਕਹਿੰਦੇ ਇਹ ਫਲਾਣਿਆਂ ਦੇ, ਇਹ ਫਲਾਣਿਆਂ ਦੇ ਆ। ਪਰ ਗੁਰੂ ਕਹਿੰਦੇ ਕਿੰਨਾ ਚੰਗਾ ਹੋਵੇ ਜਿਸ ਅੱਗੇ ਸਾਰੇ ਨਿਮਦੇ ਤੁਸੀਂ ਉਹਦੇ ਅੱਗੇ ਨਿਮਲੋ। ਅਸੀਂ ਬੋਲ ਤਾਂ ਪੜ੍ਹਦੇ ਹਾਂ ਸਭ ਤੇ ਵੱਡਾ ਸਤਿਗੁਰ ਨਾਨਕ। ਜਾਂ ਇਹ ਬਾਣੀ ਦੇ ਬਚਨ ਕਿੰਨੀ ਵਾਰੀ ਆਏ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਸ਼ਾਹ। ਉਹ ਵੱਡਾ ਹੈ, ਪਰ ਸਤਿਗੁਰ ਨੇ ਆਖਿਆ ਵੀ ਉਸ ਵੱਡੇ ਦੇ ਲੜ ਲੱਗ, ਉਹਦੇ ਪੱਲੇ ਨਾ ਲੱਗੇਗਾ ਤੇ ਉਹ ਕਿਸੇ ਨੂੰ ਬੰਨਣ ਨਹੀਂ ਦੇਵੇਗਾ, ਕਿਸੇ ਵਕਾਰ ਆਦਿਕ ਔਗਣ ਨੂੰ ਬੰਨਣ ਨਹੀਂ ਦੇਵੇਗਾ। ਹਰ ਸੱਜਣ ਦਾਵਣ ਲੱਗਿਆ ਮਾਲਕ ਦੇ ਪੱਲੇ ਨਾ ਲੱਗਿਆ, ਕਿਸੇ ਨਾ ਦੇਈ ਬੰਨ, ਉਹ ਕਿਸੇ ਨੂੰ ਬੰਨਣ ਨਹੀਂ ਦਿੰਦਾ। ਔਰ ਸਤਿਗੁਰੂ ਜੀ ਕਹਿਣ ਲੱਗੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗਿਆ ਨਾ ਹੀ ਸੰਨ। ਸਾਹਿਬ ਜੀ ਕਹਿਣ ਲੱਗੇ ਉਸ ਮਾਲਕ ਦੇ ਮਾਣਕ ਮੋਤੀ ਨਾਮ ਪ੍ਰਭ, ਕਹਿਣ ਲੱਗੇ ਮਾਲਕ ਜੀ ਦਾ ਜਿਹੜਾ ਨਾਮ ਹੈ ਉਹ ਕੀਮਤੀ ਮੋਤੀਆਂ ਦੇ, ਮਾਣਕ ਮੋਤੀ ਨਾਮ ਪ੍ਰਭ, ਪ੍ਰਭੂ ਦਾ ਨਾਮ ਮਾਣਕ ਮੋਤੀਆਂ ਦੀ ਨਿਆਈ ਹੈ, ਉਹ ਨਾ ਲੱਗਾ ਨਾ ਹੀ ਸੰਨ। ਤੇ ਕਹਿਣ ਲੱਗੇ ਇਹ ਐਸੇ ਮਾਣਕ ਰਤਨ, ਐਸੇ ਕੀਮਤੀ ਇਹ ਰੱਬ ਜੀ ਦੇ ਗੁਣ ਨੇ। ਸਾਹਿਬ ਜੀ ਕਹਿਣ ਲੱਗੇ ਉਹ ਨਾ ਲੱਗਾ ਨਾ ਹੀ ਸੰਨ, ਉਹਨਾਂ ਨੂੰ ਸੰਨ ਨਹੀਂ ਲੱਗਦੀ। ਸੰਨ ਦਾ ਭਾਵ ਹੁੰਦਾ ਵੀ ਉਹਨਾਂ ਨੂੰ ਚੋਰੀ ਨਹੀਂ ਕੀਤਾ ਜਾ ਸਕਦਾ। ਜਿਵੇਂ ਗੁਰਦੁਆਰੇ ਇੱਕ ਸੰਨ ਸਾਹਿਬ ਵੀ ਬਣਿਆ, ਵੀ ਸੰਨ ਦਾ ਭਾਵ ਹੁੰਦਾ ਜਿਵੇਂ ਚੋਰ ਸੰਨ ਲਾਉਂਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ ਉਹਨ ਲੱਗਾ ਨਾ ਹੀ ਸੰਨ, ਕਿਸੇ ਹਥਿਆਰ ਦੇ ਨਾਲ, ਕਿਸੇ ਚੀਜ਼ ਦੇ ਨਾਲ ਕੰਧ ਵਿੱਚ ਛੇਕ ਕਰਕੇ ਵੀ ਉਹ ਤੇ ਚੋਰੀ ਕਰਦੇ, ਉਹਨੂੰ ਕਹਿੰਦੇ ਸੰਨ ਲਾਉਣਾ। ਸਤਿਗੁਰੂ ਜੀ ਕਹਿਣ ਲੱਗੇ ਜੇ ਰੱਬ ਜੀ ਦੇ ਗੁਣ, ਰੱਬੀ ਨਾਮ ਨੂੰ ਜੀਵਨ 'ਚ ਵਸਾਇਆ, ਤੇ ਸਤਿਗੁਰੂ ਜੀ ਕਹਿਣ ਲੱਗੇ ਇਹਨਾਂ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ। ਭਾਵ ਜੀਵਨ ਦੇ ਅੰਦਰ ਜੇ ਚੰਗਾ ਜੀਵਨ ਹੈ ਨਾ, ਸੰਸਾਰੀ ਤੌਰ ਤੇ ਪਿਤਾ ਦੇ ਕੋਲ ਜ਼ਮੀਨ ਹੈ, ਉਹਦੇ ਕੋਲ ਪ੍ਰਾਪਰਟੀ ਆ, ਪੁੱਤਰ ਹੱਕਦਾਰ ਹੋ ਸਕਦੇ ਨੇ, ਪੁੱਤਰ ਧੱਕੇ ਦੇ ਨਾਲ ਵੀ ਕਹਿ ਸਕਦੇ ਬਾਪੂ ਜੀ ਸਾਡਾ ਹਿੱਸਾ ਬਣਦਾ ਸਾਨੂੰ ਦਿਓ। ਵੀ ਦੋ ਪੁੱਤਰ ਨੇ ਵੀ ਉਹ ਧੱਕੇ ਨਾਲ ਵੀ ਲੈਂਦੇ ਬਾਪੂ ਸਾਡਾ ਹਿੱਸਾ ਸਾਨੂੰ ਦੇ, ਉਹ ਤੋਂ ਲੈ ਸਕਦੇ ਨੇ। ਜੇ ਨਾ ਦੇਵੇ ਤਾਂ ਕਈ ਵਾਰੀ ਚੋਰੀ ਵੀ ਬੰਦਾ ਕਰ ਲੈਂਦਾ, ਜਾਂ ਧੱਕੇ ਨਾਲ ਬਾਪੂ ਤੋਂ ਅੰਗੂਠੇ ਵੀ ਲਵਾ ਲਏ ਜਾਂਦੇ ਨੇ, ਉਸ ਤੇ ਡਾਕਾ ਪੈ ਸਕਦਾ ਹੈ। ਪਰ ਸਤਿਗੁਰ ਕਹਿਣ ਲੱਗੇ ਜੇ ਜੀਵਨ ਦੇ ਅੰਦਰ ਬਾਪੂ ਨੇ ਚੰਗਾ ਜੀਵਨ ਜਿਉਇਆ ਨਾ, ਜੇ ਚੰਗਾ ਜੀਵਨ ਜਿਉਇਆ ਤੇ ਉਸ ਜੀਵਨ ਨੂੰ ਕੋਈ ਚੁਰਾ ਨਹੀਂ ਸਕਦਾ। ਜੇ ਮਾਪੇ, ਜੇ ਆਲੇ ਦੁਆਲੇ ਦੇ ਲੋਕ ਉਸ ਪਿਤਾ ਦੀ ਵਡਿਆਈ ਕਰਦੇ ਵੀ ਤੁਹਾਡਾ ਬਾਪੂ ਬਹੁਤ ਚੰਗਾ ਸੀ, ਪਰ ਤੁਸੀਂ ਉਹਦਾ ਦੇ ਨਹੀਂ ਜੇ, ਇਹਦਾ ਮਤਲਬ ਵੀ ਉਹ ਬਾਪੂ ਦੇ ਜੀਵਨ ਨੂੰ ਚੁਰਾ, ਜੇ ਜੀਵਨ ਚੁਰਾ ਸਕਦੇ ਹੁੰਦੇ ਤਾਂ ਲੋਕ ਕਹਿੰਦੇ ਜਿੱਦਾਂ ਦਾ ਬਾਪੂ ਸੀ ਇੱਦਾਂ ਦੇ ਇਹ ਵੀ ਬਣ ਗਏ ਆ, ਵੀ ਉਹਨਾਂ ਵਰਗੇ ਗੁਣ ਧਾਰਨ ਕੀਤੇ ਆ। ਪਰ ਉਸ ਚੰਗੇ ਜੀਵਨ ਨੂੰ ਵਿੱਚੋਂ ਚੁਰਾਇਆ ਨਹੀਂ ਜਾ ਸਕਦਾ, ਉਹ ਤਾਂ ਕਮਾਉਣ, ਇਸੇ ਨੂੰ ਸਤਿਗੁਰੂ ਨੇ ਆਖਿਆ ਬਾਣੀ ਅੰਦਰ ਕਮਾਈ ਆਖਿਆ, ਵੀ ਇਹ ਤਾਂ ਕਮਾਉਣਾ ਪੈਂਦਾ ਹੈ। ਵੀ ਇਹ ਸੰਸਾਰੀ ਤੌਰ ਤੇ ਧਨ ਦੌਲਤ ਨੂੰ ਬੰਦਾ ਚੁਰਾ ਸਕਦਾ ਹੈ, ਬਾਪੂ ਦੇ ਹਿੱਸਾ ਲਿਆ ਜਾ ਸਕਦਾ,
पर ये जिहड़ा भी चंगा जीवन हुण गुरसिखां दा जिन्हां दा असीं जीवन पढ़दे हां उन्होंने जीवन को कितना कमाल का पेश किया संसार के सामने। अज असीं उन्हां दी वडियाई करदे थकदे नहीं हाँ, थकदे नहीं हाँ भी वडियाई करदे भी इहदी भी जिन्नी मर्जी वडियाई करी जाइए वो वडियाई उन्हां दी मुकदी नहीं है, भी वडियाई मुकदी नहीं। उन्होंने जीवन को कमाया है। पर सतगुरु ने इत्थे बचन आखे भी ये माणक मोती नाम प्रभु का नाम माणक मोतियां दी नहीं कीमती है। पर ये धन इदां दा संसारी तौर पर माणक मोती होण ते चुराए जा सकते हैं, पर उन लगा ना ही सन इस रब जी के नाम नूं सन नहीं लग सकती, वो सन नहीं लाई जा सकती भी ये नाम ऐसा है। हुण किसी दे बंदा सर्टिफिकेट चोरी कर सकता, पर जिहड़ी उनके अंदर एजुकेशन ज्ञान वो तो नहीं ना कोई चोरी किया जा सकता, वो तो नहीं चोरी किया जा सकता। वो तो जदों किते लोड़ पई तो उनके कोल है। हुण डॉक्टर दियां कोई डिग्रियां चुरा सकता है, डॉक्टर दी डिग्रियां उन्हें कीते सर्टिफिकेट कोई चुरा सकता, पर जिहड़ा उनके अंदर गुण है वो गुण चुराया नहीं जा सकता। सतगुर ने बचन साझे किए उन लगा ना ही संग रंग सभे नारायण जेते मन पवन। साहब जी कह लगे जिन्हें फिर मालक के कौतक वरतते हैं, जिन्हें कौतक वरतते रब जी के नाम नाल जुड़िया हरि जेठ नाल जुड़िया, तो साहब जी कह लगे रंग सभे नारायण मालक के जिन्हें रंग ने जिन्हें कौतक ने। साहब जी कह लगे रंग सभे नारायण जेते मन पवन, जिन्हें मन नूं भाउण वाले रंग ने वो मालक के हुक्म मर्यादा विच चलदियां उन्होंने सारे चंगे लगते। इस नूं बाणी ने आख्या रंग हसां रंग रोवें चुप पी कर जाहें परवाह नाही किसे केरी बाज सच्चे ना। रब जी के रंग विच उहदे कौतक विच वो सदा जीवन नूं आनंदित करते हैं। रंग सभे नारायण जेते मन भावन जो हर लोड़े सो करे, जो हरि लोड़दा जो हरि उन्हां कोलों चाहुंदा है कराउणा, जो हर लोड़े सो करे वो जीव उही करते हैं। जो हर लोड़े सो करे सोई जी करन, कह लगे जी उही कुछ करते हैं जो मालक उन्हां को लोड़दा, क्योंकि हरि जेठ नाल जुड़े ने तो जो रब जी उन्हां तो कराउणा चाहुंदे उन्हां जीवां तो। साहब जी कह लगे वो जीव उही कुछ करते हैं। जो हर लोड़े सो करे सोई जी करन, जो प्रभ कीते अपने सेई कहिए धन। जो प्रभु ने अपने कर लिया, जो प्रभ कीते अपने जिन्होंने अपने कर लिया सही कहिए धन। सतगुरु जी कह लगे उन्होंने धनता योग उन्होंने वड्याउण योग उही सलाउण योग। जो प्रभ कीते अपने सही कहिए धन। तो सतगुरु जी अगे बचन साझे करते आपन लिया जे मिले विछड़ क्यों रवान। जे अपने आप असी अपनी मर्जी अपनी मन की मत नाल गुरमत नूं बाहर कढ के अपनी मन के मत नाल असी आके भी असी रब नाल जुड़ जावांगे। पर सतगुरु ने बाणी अंदर ये भी बचन आखे मनमुख भगत करे बिन सतगुर भगत न होई राम। मन के पिछे चलण वाला भी रब रब बहुत करदा। मनमुख भगत करे बिन सत अगे शब्द है बिना सतगुर तो मन के पिछे चलण वाला भी भगती करदा, पर सतगुर कहते बिन सतगुर भगत न होई राम। बिना सतगुर तो भगती नहीं है। बिना सतगुरु जी तो रब जी नाल जुड़िया नहीं जाता, इस सच के ज्ञान तो रब जी नाल जुड़िया नहीं जाता है। पर सतगुरु ने बचन साझे किए कह लगे फिर विछड़ क्यों रवान। आपन लिया जे मिले जे अपनी मर्जी के नाल। उत्थे तो सतगुरु ने आख्या भी अपना भाणा जो चले भाई आपन लिया जे मिले विछड़ चोटां खावे। पर सतगुरु कहते आपन लिया जे मिले विछड़ क्यों रवान। वो कह लगे रब जी तो विछड़ के क्यों रोंदे फिर जे अपनी मर्जी नाल ही केवल अपने उदम के नाल ही। हाँ ठीक है भी उदम करना चाहिए है, उदम वास्ते सानू उदम करो, पर यह नाल बोल आखिए करावो ठाकर। मालिक मैं उदम करा तो उदम करवाने वाला तू है, पर मेरा अपना एफर्ट कला ही मैं अपनी मन की मर्जी अनुसार करा। तो मन की मर्जी अनुसार सतगुरु जी कहते बहुते कर्म किए केवल पखंड रह जाते, जिन्होंने आख्या कर्म धर्म पखंड जो दिसा तीन जम जागाती लूट। सतगुरु ने बचन साझे किए आपन लिया जे मिले विछड़ क्यों रवान साधु संग प्राप्ति। फिर किवें प्राप्ति होंदी कह लगे साधु संग भाव गुरु का संग कीतियां। गुरु का संग कीतियां साहब जी कह लगे उस मालक की प्राप्ति होंदी है, उस हरि जेठ नाल जुड़िया जाता है। क्योंकि सतगुरु ने बाणी अंदर हरि जेठ नाल जुड़न वास्ते रब वड्डे नाल जुड़न वास्ते बाणी अंदर किन्ने बचन आखे ने। सतगुरु गुरु अमरदास महाराज ने तो अपने जीवन का तजर्बा साझा कर दिता। सतगुरु जी कह लगे कि मैं सब जग फिर मैं देखिया
सारे जगत नूं फिर के वेख्या ते की वेख्या? हर इको दाता। भी सारे जगत नूं फिर के वेख्या भी संसार अंदर दाता ही एक है, बाकी तो सारे मंगते ही ने, बाकी सारे मंगण वाले ने मंगते हैं। वो ठीक है भी कोई रब नूं मनदा या नहीं मनदा, पर अपने अंदर जदों बंदा डिजायर बनाउंदा, इच्छावां बनाउंदा, इहदा मतलब किसी न किसी तरीके नाल मंग ही रहा। मंगण वाली बिरती किसी तरीके दे नाल है ही है भी बंदा सारी उम्र कुछ ना कुछ इच्छावां, कुछ मंगा मंग भी अपने जीवन में बनाई रखता। सतगुरु ने बचन साझे किए। साहब जी कहन लगे सब जग फिर मैं देखिया हर इको दाता से। इस एक दाते की प्राप्ति किद्दां होंदी? सतगुरु कहन लगे साधु संग प्राप्ते नानक रंग मनन। हे नानक आख इस तरह रब के रंग नूं माणदे रहिंदे, गुरु का संग करके रब जी नाल जुड़ के वो रब जी के रंग में मस्त रहिंदे, प्यार रंग में मस्त रहिंदे। नानक रंग मनन हर जेठ रंगीला तिस तन। सतगुरु जी कहन लगे फिर हरी जेठ जिहड़ा मालक है, हर जेठ रंगीला वो प्यार वाला वो मालक अकार पुरख है, जिहड़ा रंगा चोजा वाला वो मालक अकार पुरख। साहब जी कहन लगे हर जेठ रंगीला तिस धने जिसका भाग मथन, जिस दे मथे दे भाग जागदे ने। भाव जिहड़ा साधु संग प्राप्त, जिहड़ा गुरु का संग करदा है, सतगुरु जी कहन लगे वो इस जेठ महीने के द्वारा सतगुरु जी कहन लगे उस मालक अकाल पुरख के नाल सांझ बना लैंदा है। इस सतगुरु के पावन उपदेश द्वारा, ये जो जेठ महीने का सतगुरु ने उपदेश बख्शिश किया है, इस उपदेश के द्वारा सतगुरु जी कहन लगे उसकी सांझ उस मालक अकाल पुरख के नाल बनती है, उस चोजी प्रीतम के नाल बनती है। पर सतगुरु जी कहन लगे हर जेठ रंगीला तिस धनी जिसका भाग मथान, जिस दे मथे दे भाग जागदे। हुण जागदे किस दे ने? सतगुरु जी कहन लगे साधु संग प्राप्त, जिहड़ा जुड़ना लोचदा है और जुड़न विच ही भला है। बंदा सिंह बहादुर जदों गुरु नाल जुड़िया तो ऐसा जुड़िया, गुरु ने पूछा तू किस दा बंदा है, तू कौन है? तो कहंदा महाराज मैं बंदा हाँ, मैं गुरु दा बंदा, मैं तुहाडा बंदा हाँ। ते असी बंदियां दे बंदे ना बन के गुरु दे बंदे बन सके, क्योंकि भाई गुरदास ने भी आख्या ना कि मनमुख होए बंदे दा बंदा, सतगुरु साहिब छड्ड के मनमुख होए बंदे दा बंदा। बंदा सिंह बहादुर गुरु नाल जुड़िया तो जुड़न विच इन्नी वड्डी वडियाई सी। आई महीना सी 22 मई सी, चप्पड़चिड़ी के मैदान विच चप्पड़चिड़ी के मैदान ते लड़ाई हुंदी वजीर खां दीआं फौजां दे नाल, और 14 मई अज दा दिन बाबा बंदा सिंह बहादुर सिੱਖੀ ਦਾ निशान साहब उस सरहंद दे विच जाके उस परचम नूं लहरा दिंदा है। ये जुड़े दी वार्ता है। जुड़िया बाबा बंदा सिंह बहादुर पहलां अपने होर तरह के गुरुआं नाल जुड़िया सी ते जीवन उदां दा सी। उत्थे किसी दा पलंग पुट्ठा कर दिंदा, कदी कुछ कर दिंदा है, इदां दे चक्करां विच पै गया। पहला दूजिਆਂ दे नाल भले लोगों के नाल भी मशकरियां करदा भी इदां दा जीवन पहला है गुरु नाल जुड़न तो पहला। पर जदों गुरु नाल जुड़िया ऐसा जुड़िया भी 14 मई नूं अज दे दिन सरहंद की धरती ते खालसे का परचम, खालसे का झंडा लहरा दिंदा है। ये जुड़न दे विच ताकत है। सतगुरु बख्शिश करन असी भी मालक अकाल पुरख नाल जुड़ के अपने जीवन को सचियारा बना सकीए, तां ही साडा सतगुरु की पवित्र गोद विच बैठिया मुबारक सफला है जी। सतगुरु बख्शिश करन। इन्नियां बेनतियां प्रवान करनियां जी। विचारां करदिआं सतगुरु के पवित्र बचनां दीआं एक नहीं बेअंत भुला हो जांदियां। गुरु और गुरु की संगत बख्शण योग है। बख्श देना जीओ अखीर ते फतेह परवानों ते आखो जी वाहिगुरू जी का खालसा वाहिगुरू जी की फतेह।